ਅੱਜ ਮੈਂ ਹਾਹੇ ਮੁਕਤੇ ਤੇ ਹਾਹੇ ਦੀ ਸਿਆਰੀ ਦਾ ਚੈਪਟਰ ਲੈਣ ਲੱਗਿਆ ਵਾਂ। ਹਾਹੇ ਦੀ ਔਂਕੜ ਦਾ ਜਿਹੜਾ ਚੈਪਟਰ ਹੈ ਉਹ ਅਸੀਂ ਅੱਗੇ ਚੱਲ ਕੇ ਕਰਾਂਗੇ। ਇਸ ਚੈਪਟਰ ਨੂੰ ਸਮਝਣ ਤੋਂ ਪਹਿਲਾਂ ਮੈਂ ਥੋੜੀ ਜਿਹੀ ਇਨਫੋਰਮੇਸ਼ਨ ਦੇ ਦਿਆਂ। ਗੁਰਬਾਣੀ ਵਿੱਚ ਬਹੁਤ ਸਾਰੀਆਂ ਕਿਰਿਆਵਾਂ ਨੇ ਜਿਨ੍ਹਾਂ ਦੇ ਆਖਰੀ ਅੱਖਰ ਹਾਹੇ ਨੂੰ ਸਿਆਰੀ ਹੈ ਜਾਂ ਮੁਕਤਾ ਹੈ ਜਾਂ ਉਹ ਔਂਕੜ ਹੈ। ਕਿਰਿਆਵਾਂ ਨੇ ਵਰਬ, ਜਿਹੜੇ ਅਸੀਂ ਕੰਮ ਕਰਦੇ ਹਾਂ ਸਾਰੇ ਕਿਰਿਆਵਾਂ ਨੇ। ਖਾਣਾ ਪੀਣਾ, ਹੱਸਣਾ, ਉੱਠਣਾ, ਸੋਣਾ, ਬਹਿਣਾ, ਜਾਣਾ, ਖਾਣਾ, ਇਹ ਸਾਰੀਆਂ ਸਾਡੀਆਂ ਕਿਰਿਆਵਾਂ ਹੈਗੀਆਂ ਨੇ। ਤੇ ਇਹਨਾਂ ਕਿਰਿਆਵਾਂ ਦੇ ਵਿੱਚ ਕੀ ਹੁੰਦਾ ਹੈ, ਗੁਰਬਾਣੀ ਦੇ ਵਿੱਚ ਵੱਖ-ਵੱਖ ਟੈਂਸ, ਵੱਖ-ਵੱਖ ਕਾਲ ਕਹਿ ਲਓ, ਜਾਂ ਉਹਦੇ ਤੋਂ ਇਲਾਵਾ ਵੱਖ-ਵੱਖ ਪਰਸਨ, ਫਸਟ ਪਰਸਨ, ਸੈਕੰਡ ਪਰਸਨ, ਥਰਡ ਪਰਸਨ, ਜਿਹਨੂੰ ਅਸੀਂ ਹਿੰਦੀ 'ਚ ਕਹਿੰਦੇ ਹਾਂ ਉੱਤਮ ਪੁਰਖ, ਮੱਧਮ ਪੁਰਖ, ਅਨਯ ਪੁਰਖ, ਪੰਜਾਬੀ ਵਿੱਚ ਕਹਿੰਦੇ ਹਾਂ ਪਹਿਲਾ ਪੁਰਖ, ਦੂਜਾ ਪੁਰਖ ਤੇ ਤੀਜਾ ਪੁਰਖ। ਇਹ ਵੀ ਕਾਊਂਟ ਕਰਦੇ ਨੇ। ਇਹਦੇ ਤੋਂ ਇਲਾਵਾ ਟੈਂਸ ਵੀ ਕਾਊਂਟ ਕਰਦੇ ਨੇ ਕਿ ਵਰਤਮਾਨ ਕਾਲ ਹੈ ਜਾਂ ਭਵਿੱਖ ਕਾਲ ਹੈ ਜਾਂ ਭੂਤਕਾਲ ਹੈ। ਪਾਸਟ, ਪ੍ਰੈਜ਼ੈਂਟ, ਫਿਊਚਰ ਟੈਂਸ ਇਹ ਵੀ ਕਾਊਂਟ ਕਰਦੇ ਨੇ। ਇਹਦੇ ਤੋਂ ਇਲਾਵਾ ਸਿੰਗੂਲਰ ਤੇ ਪਲੂਰਲ ਵੀ ਕਾਊਂਟ ਕਰਦੇ ਨੇ। ਸਿੰਗੂਲਰ ਹੈ, ਇੱਕ ਵਚਨ ਹੈ ਜਾਂ ਬਹੁਵਚਨ ਹੈ, ਇਹ ਸਾਰੀਆਂ ਚੀਜ਼ਾਂ ਕਾਊਂਟ ਕਰਦੀਆਂ ਨੇ। ਜਦੋਂ ਅਸੀਂ ਹਾਹੇ ਨੂੰ ਦੇਖਦੇ ਹਾਂ, ਇੱਕ ਕੱਲਾ ਮੁਕਤਾ ਹਾਹਾ, ਇੱਕ ਹਾਹੇ ਨੂੰ ਸਿਆਰੀ। ਬਹੁਵਚਨ ਦੇ ਵਿੱਚ ਮੁਕਤਾ ਹਾਹਾ ਕੇਵਲ ਉੱਤਮ ਪੁਰਖ ਨੂੰ ਹੁੰਦਾ ਹੈ। ਇੱਥੇ ਹੁਣ ਥੋੜੀ ਜਿਹੀ ਮੈਂ ਕਹਾਣੀ ਬਣਾ ਕੇ ਤੁਹਾਨੂੰ ਦੱਸਦਾ ਵਾਂ। ਇੱਕ ਸੀ ਉੱਤਮ ਸਿੰਘ, ਇੱਕ ਸੀ ਮੱਧਮ ਸਿੰਘ, ਦੋਨੇ ਇਕੱਠੇ ਰਹਿੰਦੇ ਸਨ। ਇੱਕ ਤੀਜਾ ਇਹਨਾਂ ਦਾ ਮਿੱਤਰ ਹੁੰਦਾ ਸੀ ਅਨਯ ਸਿੰਘ। ਅਨਯ ਸਿੰਘ ਜਿਹੜਾ ਸੀਗਾ ਉਹ ਦੂਸਰੇ ਘਰ ਵਿੱਚ ਰਹਿੰਦਾ ਸੀ, ਦੂਰ ਰਹਿੰਦਾ ਸੀ। ਹੁਣ ਇਹਨਾਂ ਨੇ ਆਪੋ ਆਪਣਾ ਸਮਾਨ ਵੰਡਿਆ ਹੋਇਆ ਸੀ। ਉੱਤਮ ਸਿੰਘ ਕਹਿੰਦਾ ਵੀ ਮੇਰੇ ਕੋਲ ਹੈਗਾ ਕੱਲਾ ਹਾਹਾ ਜੀ, ਮੇਰੇ ਕੋਲ ਹੋਰ ਕੁਛ ਨਹੀਂਗਾ, ਕੱਲਾ ਹਾਹਾ ਹੈਗਾ ਮੇਰੇ ਕੋਲ। ਮੱਧਮ ਸਿੰਘ ਕਹਿਣ ਲੱਗਾ ਅੱਛਾ ਕੱਲਾ ਹਾਹਾ, ਮੇਰੇ ਕੋਲ ਤੇ ਹਾਹੇ ਨੂੰ ਸਿਆਰੀ ਨਾਲ ਹੈ, ਮੈਂ ਹਾਹੇ ਨੂੰ ਸਿਆਰੀ ਨਾਲ ਰੱਖਦਾ ਵਾਂ, ਭਾਵ ਮੇਰੇ ਕੋਲ ਤੇਰੇ ਨਾਲ ਵੱਧ ਚੀਜ਼ ਹੈ। ਉੱਤਮ ਸਿੰਘ ਮਨੇ ਉੱਤਮ ਪੁਰਖ, ਸਮਝਣ ਵਾਸਤੇ ਹੈ। ਔਰ ਮੱਧਮ ਸਿੰਘ ਮਨੇ ਮੱਧਮ ਪੁਰਖ। ਉੱਤਮ ਪੁਰਖ ਮਨੇ ਫਸਟ ਪਰਸਨ, ਮੱਧਮ ਪੁਰਖ ਮਨੇ ਸੈਕੰਡ ਪਰਸਨ। ਇਹ ਦੋਨੋਂ ਆਪਸ ਵਿੱਚ ਗੱਲਾਂ ਕਰ ਰਹੇ ਨੇ। ਉੱਤਮ ਪੁਰਖ ਦਾ ਮਤਲਬ ਹੁੰਦਾ ਮੈਂ, ਅਸੀਂ, ਸਾਡਾ, ਸਾਨੂੰ। ਮੱਧਮ ਪੁਰਖ ਦਾ ਹੁੰਦਾ ਤੂੰ, ਤੁਸੀਂ, ਤੁਹਾਡਾ, ਤੁਹਾਨੂੰ। ਅਨਯ ਪੁਰਖ ਮਨੇ ਉਹ, ਉਹਨਾਂ ਦਾ, ਉਹਨਾਂ ਨੂੰ, ਉਹਨਾਂ ਲਈ, ਵਗੈਰਾ ਵਗੈਰਾ। ਹੁਣ ਉੱਤਮ ਪੁਰਖ ਕਹਿਣ ਲੱਗਾ ਵੀ ਜਦੋਂ ਮੇਰੇ ਕੋਲ ਹੈਗਾ ਹਾਹਾ, ਮੈਂ ਆਪਣੀ ਕਿਰਿਆ ਦੇ ਨਾਲ, ਆਪਣੇ ਵਰਬ ਦੇ ਨਾਲ ਹਾਹਾ ਲਗਾ ਲੈਂਦਾ ਵਾਂ, ਔਰ ਕੁਛ ਨਹੀਂ ਮੇਰੇ ਕੋਲ। ਔਰ ਵਰਤਮਾਨ ਕਾਲ ਵਿੱਚ ਅੱਜ ਮੇਰੇ ਕੋਲ ਹਾਹਾ ਹੈ। ਅੱਜ ਵਰਤਮਾਨ ਕਾਲ ਮਨੇ ਪ੍ਰੈਜ਼ੈਂਟ ਟੈਂਸ ਦੇ ਵਿੱਚ। ਔਰ ਮੇਰੇ ਕੋਲ ਬਹੁਤ ਸਾਰੀਆਂ ਚੀਜ਼ਾਂ ਨੇ, ਭਾਵ ਬਹੁਵਚਨ ਦੇ ਵਿੱਚ, ਪਲੂਰਲ ਦੇ ਵਿੱਚ ਮੇਰੇ ਕੋਲ ਕਿਰਿਆ ਦੇ ਨਾਲ ਹਾਹਾ ਲੱਗਿਆ ਹੋਇਆ ਹੈ। ਮੱਧਮ ਪੁਰਖ ਕਹਿਣ ਲੱਗਾ ਵੀ ਚੀਜ਼ ਤੇ ਮੇਰੇ ਕੋਲ ਇੱਕੋ ਹੀ ਹੈ, ਪਰ ਮੇਰੇ ਕੋਲ ਹਾਹੇ ਦੇ ਨਾਲ ਸਿਆਰੀ ਨਾਲ ਹੈ। ਕੱਲਾ ਹਾਹਾ ਨਹੀਂ, ਮੇਰੇ ਕੋਲ ਹਾਹੇ ਦੀ ਸਿਆਰੀ ਨਾਲ ਹੈ। ਕਹਿਣ ਲੱਗਾ ਅੱਛਾ। ਕਹਿਣ ਲੱਗਾ ਜਿਹੜਾ ਆਪਣਾ ਗਵਾਂਢੀ ਹੈਗਾ ਵੈ ਅਨਯ ਸਿੰਘ, ਉਹਦਾ ਕੀ ਹਾਲ ਹੈ? ਕਹਿਣ ਲੱਗਾ ਉਹਦੇ ਕੋਲ ਵੀ ਬਹੁਤ ਸਾਰਾ ਸਮਾਨ ਹੈ, ਉਹਦੇ ਕੋਲ ਹਾਹੇ ਦੀ ਸਿਆਰੀ ਵੀ ਹੈ, ਉਹਦੇ ਕੋਲ ਬਹੁਤ ਸਾਰਾ ਸਮਾਨ ਵੀ ਹੈ, ਸਾਡੇ ਦੋਨਾਂ ਤੋਂ ਵੱਧ ਕੇ ਹੈ। ਹੁਣ ਉੱਤਮ ਪੁਰਖ ਕੋਲ ਹਾਹਾ ਤੇ ਹੈ, ਕੱਲਾ ਹਾਹਾ ਹੈ, ਸਿਆਰੀ ਨਹੀਂ ਹੈਗੀ, ਪਰ ਸਮਾਨ ਬਹੁਤ ਹੈ, ਬਹੁਵਚਨ ਹੈ। ਮੱਧਮ ਪੁਰਖ ਕੋਲ ਸਮਾਨ ਹੈ ਨਹੀਂ, ਸਮਾਨ ਇੱਕੋ ਚੀਜ਼ ਹੈ, ਪਰ ਉਹਦੇ ਕੋਲ ਸਿਆਰੀ ਨਾਲ ਹੈਗੀ ਹੈ। ਜਿਹੜਾ ਅਨਯ ਪੁਰਖ ਹੈਗਾ ਉਹਦੇ ਕੋਲ ਦੋਨੋਂ ਹੀ ਚੀਜ਼ਾਂ ਨੇ, ਸਿਆਰੀ ਵੀ ਹੈ ਤੇ ਨਾਲ ਬਹੁਵਚਨ ਵੀ ਹੈ। ਅਸੀਂ ਪਿਛਲੀਆਂ ਕਲਾਸਾਂ ਦੇ ਵਿੱਚ ਵੀ ਇੱਕ ਕਹਾਣੀ ਦਾ ਸਹਾਰਾ ਲੈ ਕੇ ਇਹਨਾਂ ਨਿਯਮਾਂ ਨੂੰ ਸਮਝਿਆ ਸੀ, ਕਿਉਂਕਿ ਕਹਾਣੀ ਤੋਂ ਬਿਨਾਂ ਨਿਯਮ ਸਮਝਣੇ ਔਖੇ ਨੇ। ਵੈਸੇ ਇੱਕ ਟਾਈਮ ਦੇ ਉੱਪਰ ਇੱਕ ਨਿਯਮ ਸਮਝਿਆ ਜਾਂਦਾ ਹੈ। ਅਸੀਂ ਪਿਛਲੀ ਕਲਾਸ ਦੇ ਵਿੱਚ ਇੱਕ ਟਾਈਮ ਤੇ 4 ਨਿਯਮ ਸਮਝੇ ਸਨ, ਕਿਉਂਕਿ ਕਹਾਣੀ ਕਰ ਲਈ ਸੀ। ਇਸੇ ਤਰ੍ਹਾਂ ਅੱਜ ਦੀ ਕਲਾਸ ਦੇ ਵਿੱਚ ਇੱਕ ਕਹਾਣੀ ਵਿੱਚ ਅਸੀਂ 6 ਨਿਯਮ ਸਿੱਖਣੇ ਨੇ। 6 ਨਿਯਮ। ਪਹਿਲਾ ਨਿਯਮ ਅਸੀਂ ਸਿੱਖਣਾ ਵਰਤਮਾਨ ਕਾਲ, ਪ੍ਰੈਜ਼ੈਂਟ ਟੈਂਸ, ਅੱਜ ਦੇ ਸਮੇਂ, ਹੁਣ। ਹੁਣ ਮੇਰੇ ਕੋਲ ਉੱਤਮ ਪੁਰਖ ਕੋਲ ਕੀ ਹੈ? ਮੇਰੇ ਕੋਲ ਹੈ ਤੇ ਬਹੁਤ ਸਾਰਾ ਸਮਾਨ, ਪਰ ਹਾਹਾ ਮੇਰੇ ਕੋਲ ਇਕੱਲਾ ਹੀ ਹੈ। ਮੇਰਾ ਜਿਹੜਾ ਨਾਲ ਦਾ ਮੱਧਮ ਪੁਰਖ ਹੈ ਉਹਦੇ ਕੋਲ ਹੈ ਇੱਕੋ ਚੀਜ਼, ਪਰ ਉਹਦੇ ਕੋਲ ਹਾਹੇ ਦੇ ਨਾਲ ਸਿਆਰੀ ਹੈਗੀ ਹੈ, ਉਹਦੇ ਕੋਲ ਇੱਕ ਚੀਜ਼ ਵੱਧ ਹੈ, ਸਿਆਰੀ। ਜਿਹੜਾ ਸਾਡਾ ਗਵਾਂਢੀ ਹੈਗਾ ਅਨਯ ਪੁਰਖ, ਉਹਦੇ ਕੋਲ ਕੀ ਹੈਗਾ? ਉਹਦੇ ਕੋਲ ਸਮਾਨ ਵੀ ਬਹੁਤ ਸਾਰਾ ਹੈ, ਬਹੁਵਚਨ ਹੈ, ਤੇ ਨਾਲ ਉਹਦੇ ਕੋਲ ਹਾਹੇ ਨੂੰ ਸਿਆਰੀ ਵੀ ਲੱਗੀ ਹੋਈ ਹੈ। ਲੋ ਜੀ, ਹੁਣ ਅਸੀਂ ਇੱਥੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਹੈ
ਕਿਰਿਆ ਦੇ ਅਖੀਰ ਦੇ ਵਿੱਚ ਹਾਹਾ। ਦੇਖੋ ਸਾਹਮਣੇ ਤੁਹਾਡੇ ਪ੍ਰਮਾਣ ਦਿੱਤਾ ਹੋਇਆ ਹੈ, ਹਰ ਨਾਮ ਸਲਾਹ ਹੈ ਦਿਨ ਰਾਤ ਇਹ ਆਸ ਆਧਾਰੋ। ਹਰ ਨਾਮ ਸਲਾਹ ਹੈ, ਹਰ ਨਾਮ ਸਲਾਹ ਹੈ। ਹੁਣ ਇੱਥੇ ਸਲਾਹੇ ਦਾ ਮਤਲਬ ਹੁੰਦਾ ਹੈ ਅਸੀਂ ਸਲਾਉਂਦੇ ਹਾਂ। ਅਸੀਂ ਸਲਾਉਂਦੇ ਹਾਂ ਕਿਉਂ? ਕਿਉਂਕਿ ਅਸੀਂ ਬਹੁਵਚਨ ਆ, ਮੇਰੇ ਕੋਲ ਬਹੁਤ ਸਾਰਾ ਸਮਾਨ ਹੈ, ਉੱਤਮ ਪੁਰਖ ਦੇ ਵਿੱਚ ਅਸੀਂ ਬਣ ਗਿਆ। ਅਸੀਂ ਕਿਰਿਆ ਦੇ ਵਿੱਚ ਹਾਹਾ ਲੱਗ ਗਿਆ ਅਖੀਰ ਤੇ, ਸਲਾਹੇ ਉੱਤਮ ਪੁਰਖ ਵਰਤਮਾਨ ਤੇ ਬਹੁਵਚਨ ਦੀ ਕਿਰਿਆ ਅਸੀਂ ਸਲਾਉਂਦੇ ਹਾਂ। ਹਰ ਨਾਮ ਸਲਾਹੇ ਦਿਨ ਰਾਤ ਇਹ ਆਸ ਆਧਾਰੋ। ਹਰ ਨਾਮ ਸਲਾਹੇ ਦਿਨ ਰਾਤ, ਭਾਵ ਅਸੀਂ ਦਿਨ ਰਾਤ ਨਾਮ ਨੂੰ ਸਲਾਉਂਦੇ ਹਾਂ। ਇਹ ਆਸ ਆਧਾਰੋ, ਇਹੀ ਮੇਰੀ ਜ਼ਿੰਦਗੀ ਦੀ ਆਸ ਹੈ ਤੇ ਇਹੀ ਮੇਰੀ ਜ਼ਿੰਦਗੀ ਦਾ ਆਧਾਰ ਮੈਨੇ ਬੇਸ ਹੈ। ਹੁਣ ਇਹਦੇ ਵਿੱਚ ਤਿੰਨ ਚੀਜ਼ਾਂ ਆ ਗਈਆਂ ਜੀ। ਅਸੀਂ ਮੈਨੇ ਉੱਤਮ ਪੁਰਖ, ਸਲਾਉਂਦੇ ਹਾਂ ਮੈਨੇ ਵਰਤਮਾਨ ਕਾਲ ਦੇ ਵਿੱਚ, ਹੁਣ ਸਲਾਉਂਦੇ ਹਾਂ, ਔਰ ਅਸੀਂ ਉੱਤਮ ਪੁਰਖ ਵੀ ਹਾਂ ਤੇ ਅਸੀਂ ਬਹੁਤੇ ਵੀ ਹਾਂ। ਮੈਂ ਨਹੀਂ ਹਾਂ, ਅਸੀਂ ਹਾਂ। ਹਰ ਨਾਮ ਸਲਾਹ ਹੈ ਦਿਨ ਰਾਤ ਇਹ ਆਸ ਆਧਾਰੋ, ਭਾਵ हे ਸਵਾਮੀ ਅਸੀਂ ਤੇ ਦਿਨ ਰਾਤ ਤੇਰੇ ਨਾਮ ਦੀ ਹੀ ਵਡਿਆਈ ਕਰਦੇ ਹਾਂ। ਸਾਡੇ ਜੀਵਨ ਦਾ ਇਹੀ ਸਹਾਰਾ ਹੈ, ਇਹੀ ਆਸਰਾ ਹੈ। ਵਰਤਮਾਨ ਕਾਲ ਦੇ ਵਿੱਚ ਉੱਤਮ ਪੁਰਖ ਦੀ ਕਿਰਿਆ ਜੇ ਬਹੁਵਚਨ ਵਾਲੀ ਹੋਵੇ, ਉਹਨੂੰ ਕੱਲਾ ਹਾਹਾ ਲੱਗ ਜਾਂਦਾ ਹੈ। ਹੁਣ ਕੱਲਾ ਹਾਹਾ ਹੈ ਤੇ ਕਿਸੇ ਨੇ ਮੱਧਮ ਪੁਰਖ ਨੇ ਉੱਤਮ ਪੁਰਖ ਨੂੰ ਪੁੱਛ ਲਿਆ ਵੀ ਮੰਨਿਆ ਤੇਰੇ ਕੋਲ ਕੱਲਾ ਹਾਹਾ ਹੈ, ਇਨ ਫਿਊਚਰ ਕੋਈ ਤਰੱਕੀ, ਆਉਣ ਵਾਲੇ ਸਮੇਂ 'ਚ ਕੋਈ ਤਰੱਕੀ ਹੋਏਗੀ, ਤੇਰੇ ਕੋਲ ਕੋਈ ਚੀਜ਼ ਵਧੇਗੀ, ਆਉਣ ਵਾਲੇ ਸਮੇਂ ਤੇਰਾ ਕੀ, ਤੇਰਾ ਕੰਮ ਕਰ ਘਟੇਗਾ ਜਾਂ ਵਧੇਗਾ, ਤੇਰਾ ਸਮਾਨ ਘਟੇਗਾ ਕਿ ਵਧੇਗਾ? ਉੱਤਮ ਪੁਰਖ ਕਹਿਣ ਲੱਗਾ ਵੀ ਮੈਂ ਬੜਾ ਲੱਕੀ ਹਾਂ, ਫਿਊਚਰ ਦੇ ਵਿੱਚ ਮੈਨੂੰ ਸਰਕਾਰੀ ਸਹਾਇਤਾ ਮਿਲ ਰਹੀ ਹੈ, ਮੇਰੇ ਨਾਲ ਸੱਸਾ ਲੱਗ ਰਿਹਾ ਹੈ। ਭਵਿੱਖ ਦੇ ਵਿੱਚ ਮੈਨੂੰ ਸਰਕਾਰੀ ਸਹਾਇਤਾ ਵੀ ਮਿਲ ਰਹੀ ਹੈ, ਜੇ ਸਰਕਾਰੀ ਸਹਾਇਤਾ ਮਿਲ ਰਹੀ ਹੈ ਮੇਰੇ ਹਾਹੇ ਦੇ ਨਾਲ ਸੱਸਾ ਵੀ ਲੱਗ ਜਾਏਗਾ, ਸੱਸਾ ਹਾਹਾ ਹੋ ਜਾਏਗਾ। ਬਸ ਆ ਹੈ ਦੂਸਰਾ ਨਿਯਮ ਉੱਤਮ ਪੁਰਖ ਦਾ। ਭਵਿੱਖ ਕਾਲ ਦੇ ਵਿੱਚ ਉੱਤਮ ਪੁਰਖ ਦੀ ਜਿਹੜੀ ਕਿਰਿਆ ਹੈ, ਜਦੋਂ ਉਹਨੂੰ ਬਹੁਵਚਨ ਬਣਾਉਣਾ ਹੁੰਦਾ ਹੈ, ਉਦੋਂ ਉਹਦੇ ਹਾਹੇ ਤੋਂ ਪਹਿਲਾਂ ਸੱਸਾ ਲੱਗ ਜਾਂਦਾ ਹੈ। ਜਿਵੇਂ ਦੁਸ਼ਟ ਸਭਾ ਮਿਲ ਮੰਤਰ ਉਪਾਇਆ ਕਰਸੈ ਔਦ ਕਨੇਰੀ। ਹੁਣ ਸੱਸਾ ਹਾਹਾ ਨਾਲ ਲੱਗਿਆ, ਪਹਿਲਾਂ ਕੱਲਾ ਹਾਹਾ ਸੀ, ਹੁਣ ਨਾਲ ਸੱਸਾ ਤੇ ਹਾਹਾ ਦੋ ਚੀਜ਼ਾਂ ਹੋ ਗਈਆਂ। ਭਾਵ ਫਿਊਚਰ ਦੇ ਵਿੱਚ, ਭਵਿੱਖ ਕਾਲ ਦੇ ਵਿੱਚ ਸਰਕਾਰੀ ਸਹਾਇਤਾ ਮਿਲ ਗਈ ਤੇ ਸੱਸਾ ਹਾਹੇ ਦੇ ਨਾਲ ਲੱਗ ਗਿਆ। ਹੁਣ ਅਸੀਂ ਸਿਰਫ ਦੋ ਹੀ ਪਹਿਲਾਂ ਸਮਝਣੇ ਨੇ। ਪ੍ਰੈਜ਼ੈਂਟ ਟੈਂਸ ਦੇ ਵਿੱਚ ਉੱਤਮ ਪੁਰਖ ਦੇ ਵਿੱਚ ਪਹਿਲਾ ਹੈ ਕੱਲਾ ਹਾਹਾ, ਹਰ ਨਾਮ ਸਲਾਹ ਹੈ ਦਿਨ ਰਾਤ ਇਹ ਆਸ ਆਧਾਰੋ, ਭਾਵ ਅਸੀਂ ਦਿਨ ਰਾਤ ਹਰੀ ਦੇ ਨਾਮ ਨੂੰ ਸਲਾਹੁੰਦੇ ਹਾਂ। ਦੂਜੀ ਤੁਕ ਦੇਖੋ ਜੀ, ਤਿੰਨ ਹਮ ਚਰਨ ਸੇਵੈ ਖਿਨ ਖਿਨ ਪਗ ਧੂਮੈ ਜਿਨ ਹਰ ਮੀਠ ਲਗਾਨ ਜਿਉ। ਤਿੰਨ ਹਮ ਚਰਨ ਸੇਵੈ, ਅਸੀਂ ਚਰਨ ਸੇਵਦੇ ਹਾਂ, ਉਹਨਾਂ ਦੇ ਚਰਨਾਂ ਦੀ ਅਸੀਂ ਸੇਵਾ ਕਰਦੇ ਹਾਂ। ਜਿੱਥੇ ਉੱਤਮ ਪੁਰਖ ਆ ਗਿਆ, ਉੱਤਮ ਪੁਰਖ ਦੀ ਕਿਰਿਆ ਦੇ ਨਾਲ ਕੱਲਾ ਹਾਹਾ ਲੱਗ ਗਿਆ, ਹਾਹੇ ਕੋਲ ਹੋਰ ਕੁਛ ਨਹੀਂ ਹੈਗਾ, ਹਾਹਾ ਇਕੱਲਾ ਹੀ ਹੈਗਾ। ਸੇਵੈ ਅਸੀਂ ਸੇਵਦੇ ਹਾਂ, ਅਸੀਂ ਸੇਵਾ ਕਰਦੇ ਹਾਂ। ਤਿੰਨ ਹਮ ਚਰਨ ਸੇਵੈ ਖਿਨ ਖਿਨ ਪਗ ਧੂਮੈ, ਅਸੀਂ ਪੈਰ ਧੋਂਦੇ ਹਾਂ, ਅਸੀਂ ਚਰਨ ਧੋਂਦੇ ਹਾਂ। ਧੂਮੈ ਉੱਤਮ ਪੁਰਖ ਵਰਤਮਾਨ ਦੀ ਕਿਰਿਆ ਦੇ ਨਾਲ ਅਖੀਰ ਤੇ ਕੱਲਾ ਹਾਹਾ ਲੱਗ ਗਿਆ, ਹੋਰ ਕੁਛ ਨਹੀਂ ਲੱਗਿਆ, ਨਾ ਔਂਕੜ ਨਾ ਸਿਆਰੀ। ਖਿਨ ਖਿਨ ਪਗ ਧੂਮੈ ਜਿਨ ਹਰ ਮੀਠ ਲਗਾਨ ਜਿਉ। ਠੀਕ ਹੈ ਜੀ। ਤੇ ਵੀਰ ਚਰਨਜੀਤ ਸਿੰਘ ਜੀ ਤੁਹਾਨੂੰ ਹੋਰ ਵੀ ਪੰਕਤੀਆਂ ਡਿਸਪਲੇ ਕਰਨਗੇ, ਮੈਂ ਉਹ ਪੰਕਤੀਆਂ ਬੋਲਾਂਗਾ ਤੇ ਵੀਰ ਜੀ ਉਹਨੂੰ ਉਹਦੇ ਉੱਤੇ ਡਿਸਪਲੇ ਕਰ ਦੇਣਗੇ। ਹਾਂਜੀ, ਇੱਕ ਪੰਕਤੀ ਹੈਗੀ ਹੈ, ਜੋ ਹਮ ਸੋ ਹਮ ਕरें ਜੋ ਆਪ ਕਰਾਏ। ਚਿੰਜੀ ਵੀਰ ਜੀ ਨੂੰ ਡਿਸਪਲੇ ਕਰ ਦੇਣਗੇ। ਜੋ ਹਮ ਸੋ ਹਮ ਕरें ਜੋ ਆਪ ਕਰਾਏ, ਸੋ ਹਮ ਕरें ਜੋ ਆਪ ਕਰਾਏ। ਹਾਂਜੀ ਬਿਲਕੁਲ ਆ ਗਿਆ ਜੀ। ਹੁਣ ਇੱਥੇ ਕਰੇ ਆ ਗਿਆ ਅਸੀਂ, ਜੋ ਅਸੀਂ ਕਰਦੇ ਹਾਂ, ਸੋ ਅਸੀਂ ਕਰਦੇ ਹਾਂ, ਉਹ ਕੁਝ ਅਸੀਂ ਕਰਦੇ ਹਾਂ ਜਿਹੜਾ ਕੁਝ
ਉਹ ਕਰਾ ਲੈਂਦਾ ਹੈ। सो मैंने ओ असी करते हाँ। सो हम करें ਉਹੀ ਕੁਛ ਅਸੀਂ ਕਰਦੇ ਹਾਂ। याद रखियो सो लफज ਜਿਹੜਾ ਉਹ ਇੱਕ ਵਚਨ ਵਾਸਤੇ ਆਂਦਾ ਹੈ, ਉਹ ਵਾਲਾ ਕੰਮ, ਉਹ ਇੱਕ ਕੰਮ ਦੀ ਗੱਲ ਹੈ, ਉਹ ਵਾਲਾ ਇੱਕ ਕੰਮ ਅਸੀਂ ਕਰਦੇ ਹਾਂ। ਸੋ ਹਮ ਕਰੇ ਇੱਕ ਵਚਨ ਵਾਸਤੇ ਹੁੰਦਾ ਜੀ ਸੋ, ਇੱਕ ਵਚਨ ਵਾਸਤੇ ਹੁੰਦਾ ਸੋਈ, ਇੱਕ ਵਚਨ ਵਾਸਤੇ ਹੁੰਦਾ ਸਾ। ਇਹ ਆਪ ਜੀ ਲਿਖ ਸਕਦੇ ਹੋ। ਸੋ, ਸੋਈ, ਸਾ ਇੱਕ ਕੰਮ ਵਾਸਤੇ ਆਉਂਦਾ ਵੈ। ਜਿੱਥੇ ਬਹੁਤੇ ਕੰਮਾਂ ਦੀ ਗੱਲ ਆਏਗੀ ਉੱਥੇ ਆਏਗਾ ਸੇ ਤੇ ਸੇਈ। ਸੇ ਤੇ ਸੇਈ ਬਹੁਵਚਨ ਵਾਸਤੇ ਸ਼ਬਦ ਵਰਤਿਆ ਜਾਂਦਾ ਹੈ। ਸੋ ਆ ਗਿਆ ਮੈਨੇ ਇੱਕ ਕੰਮ, ਉਹ ਵਾਲਾ ਇੱਕ ਕੰਮ ਅਸੀਂ ਕਰਦੇ ਹਾਂ। ਸੋ ਹਮ ਕਰੇ ਜੋ ਆਪ ਕਰਾਏ, ਜੋ ਉਹ ਆਪ ਕਰਾ ਲੈਂਦਾ ਹੈ ਅਸੀਂ ਉਹੀ ਕੰਮ ਕਰਦੇ ਹਾਂ। ਹੁਣ ਇੱਥੇ ਕਰਨਾ ਕੰਮ ਹੈ, ਪਰ ਹਾਹਾ ਲੱਗ ਗਿਆ। ਕੱਲਾ ਹਾਹਾ ਨਿਸ਼ਾਨੀ ਹੈਗੀ ਹੈ ਉੱਤਮ ਪੁਰਖ ਬਹੁਵਚਨ ਵਰਤਮਾਨ ਕਾਲ ਦੀ। ਹਾਂਜੀ, ਇੱਕ ਤੁਸੀਂ ਹੋਰ ਦੇਖ ਲਓ ਜੀ। ਅਗਲਾ, ਜਿਉਂ ਚਲਾਏ ਤਿਉਂ ਚਾਲੇ ਭਾਈ। ਚਰਨਜੀਤ ਵੀਰ ਜੀ ਤੁਹਾਨੂੰ ਡਿਸਪਲੇ ਕਰ ਦੇਣਗੇ। ਜਿਉਂ ਚਲਾਏ ਤਿਉਂ ਚਾਲੇ ਭਾਈ, ਹੋਰ ਕਿਆ ਕੋ ਕਰੇ ਚਤੁਰਾਈ। ਜਿਉਂ ਚਲਾਏ ਭਾਵੇਂ ਜਿਵੇਂ ਉਹ ਚਲਾਉਂਦਾ ਹੈ, ਤਿਉਂ ਚਾਲੇ ਭਾਈ ਉਸੇ ਤਰ੍ਹਾਂ ਅਸੀਂ ਚੱਲਦੇ ਹਾਂ। ਚਾਲੇ ਅਸੀਂ ਚੱਲਦੇ ਹਾਂ। ਇਹ ਪਹਿਲਾ ਨਿਯਮ ਧਿਆਨ ਰੱਖਣਾ ਹੈ। ਅਸੀਂ ਉੱਤਮ ਪੁਰਖ ਵਰਤਮਾਨ ਕਾਲ ਬਹੁਵਚਨ ਦਾ ਨਿਯਮ ਕਰ ਰਹੇ ਹਾਂ। ਭਾਵ ਜਿਵੇਂ ਉਹ ਚਲਾਉਂਦਾ ਹੈ ਉਵੇਂ ਅਸੀਂ ਚੱਲਦੇ ਹਾਂ। ਜਿਉਂ ਚਲਾਏ ਕਿਉਂ ਚਾਲੇ ਭਾਈ। ਤੇ ਸਾਡੇ ਕੋਲ ਕੀ ਹੈਗਾ? ਸਮਾਨ ਤੇ ਬਹੁਤ ਹੈ, ਬਹੁਵਚਨ ਹੈ, ਪਰ ਹਾਹਾ ਕੱਲਾ ਹੀ ਹੈ। ਸਾਡੇ ਕੋਲ ਹਾਹੇ ਨੂੰ ਸਿਹਾਰੀ ਨਹੀਂ ਹੈਗੀ ਨਾਲ, ਹਾਹਾ ਕੱਲਾ ਹੈਗਾ। ਹਾਂਜੀ, ਹੋਰ ਪ੍ਰਮਾਣ ਨੋਟ ਕਰਨੇ ਨੇ ਤੇ ਹੋਰ ਕਰ ਲਓ। ਹਮ ਢਾਡੀ ਹਰ ਪ੍ਰਭ ਖਸਮ ਕੇ। ਹਮ ਢਾਡੀ ਹਰ ਪ੍ਰਭ ਖਸਮ ਕੇ, ਨਿਤ ਗਾਵੇਂ ਹਰ ਗੁਣ ਛੰਤਾ। ਠੀਕ ਹੈ ਜੀ। ਹਮ ਢਾਡੀ ਹਰ ਪ੍ਰਭ ਖਸਮ ਕੇ, ਨਿਤ ਗਾਵੇਂ ਅਸੀਂ ਗਾਉਂਦੇ ਹਾਂ। ਚਰਨਜੀਤ ਵੀਰ ਜੀ ਉਹ ਡਿਸਪਲੇ ਕਰ ਰਹੇ ਨੇ। ਹਮ ਢਾਡੀ ਹਰ ਪ੍ਰਭ ਖਸਮ ਕੇ, ਹਮ ਢਾਡੀ ਹਰ ਪ੍ਰਭ ਖਸਮ ਕੇ, ਨਿਤ ਗਾਵੇਂ ਅਸੀਂ ਗਾਉਂਦੇ ਹਾਂ। ਗੱਗੇ ਨੂੰ ਕੰਨਾ, ਵਾਵਾ ਤੇ ਹਾਹਾ। ਗਾਵੇਂ ਜਿੱਥੇ ਕਿਰਿਆ ਦੇ ਅਖੀਰ ਵਿੱਚ ਕੱਲਾ ਹਾਹਾ ਹੈ, ਨਾ ਉਹਨੂੰ ਔਂਕੜ ਨਾ ਸਿਹਾਰੀ, ਵਰਤਮਾਨ ਕਾਲ ਉੱਤਮ ਪੁਰਖ ਬਹੁਵਚਨ ਬਣ ਜਾਂਦਾ ਹੈ। ਭਾਵ ਅਸੀਂ ਗਾਉਂਦੇ ਹਾਂ। ਏਦਾਂ ਕਹਿ ਲਓ ਵੀ ਅਸੀਂ ਉੱਤਮ ਪੁਰਖ ਦੇ ਕੋਲ ਬਹੁਵਚਨ ਸਮਾਨ ਤੇ ਬਹੁਤ ਜ਼ਿਆਦਾ ਵੇ, ਪਰ ਹਾਹਾ ਕੱਲਾ ਹੀ ਹੈ। ਕੱਲੇ ਹਾਹੇ ਨਾਲ ਸਾਰ ਰਹੇ ਹਾਂ। ਸਾਡੇ ਕੋਲ ਹੋਰ ਕੁਝ ਨਹੀਂ ਹੈਗਾ। ਠੀਕ ਹੈ ਜੀ। ਅੱਛਾ, ਅਗਲੀ ਤੁਕ ਹੋਰ ਵੀ ਤੁਸੀਂ ਸਰਚ ਕਰ ਸਕਦੇ ਹੋ। ਚਲੋ ਵੈਸੇ ਬਹੁਤ ਹੋ ਗਈਆਂ ਨੇ, ਇੰਨੀਆਂ ਬੜੀਆਂ ਨੇ। ਵੈਸੇ ਜੇ ਕਹੋ ਤੇ ਹਰ ਨਾਮ ਸਲਾਹ ਹੈ ਦਿਨ ਰਾਤ, ਜੇ ਮਿਲ ਜਾਵੇ ਤੇ। ਹਾਂ, ਆ ਗਿਆ ਜੀ। ਹਮ ਢਾਡੀ ਹਰ ਪ੍ਰਭ ਖਸਮ ਕੇ, ਨਿਤ ਗਾਵੇਂ ਹਰ ਗੁਣ ਛੰਤਾ। ਨਿਤ ਗਾਵੇਂ ਅਸੀਂ ਰੋਜ਼ ਗਾਉਂਦੇ ਹਾਂ। ਗਾਉਣਾ ਕਿਰਿਆ ਹੈਗੀ ਹੈ, ਪਿੱਛੇ ਹਾਹਾ ਲੱਗ ਗਿਆ। ਮੈਨੇ ਇੱਕ ਪੁਲਿੰਗ, ਬਹੁਵਚਨ ਤੇ ਵਰਤਮਾਨ ਕਾਲ। ਇੱਕ ਹੋਰ ਤੁਕ ਲੈ ਲਓ ਜੀ। ਹਰ ਨਾਮ ਸਲਾਹ ਹੈ ਦਿਨ ਰਾਤ, ਇਹ ਆਸ ਆਧਾਰੋ। ਹਾਂਜੀ, ਇਹ ਆਪਾਂ ਸ਼ਾਇਦ ਕਰ ਚੁੱਕੇ ਹਾਂ ਜੀ। ਹੁਣ ਇਹ ਤੇ ਸੀ ਵਰਤਮਾਨ ਕਾਲ ਸਾਡਾ। ਇਹ ਸੀ ਵਰਤਮਾਨ। ਹਰ ਨਾਮ ਸਲਾਹ ਹੈ ਦਿਨ ਰਾਤ, ਇਹ ਸੀ ਵਰਤਮਾਨ ਕਿ ਹੁਣ ਅਸੀਂ ਸਲਾਉਂਦੇ ਹਾਂ। ਪਰ ਫਿਊਚਰ ਦੇ ਵਿੱਚ ਕੀ ਹੋਏਗਾ, ਭਵਿੱਖ ਵਿੱਚ ਕੀ ਹੋਏਗਾ? ਸਾਨੂੰ ਇੱਕ ਹੈਲਪ ਮਿਲ ਜਾਏਗੀ। ਉਹ ਹੈਲਪ ਕੀ ਮਿਲੇਗੀ? ਸਾਨੂੰ ਸਰਕਾਰੀ ਸਹਾਇਤਾ ਮਿਲ ਜਾਏਗੀ ਤੇ ਉੱਥੇ ਸੱਸਾ ਅੱਗੇ ਲੱਗ ਜਾਏਗਾ। ਮੈਂ ਸਰਕਾਰੀ ਸਹਾਇਤਾ ਇੰਗਲੈਂਡ ਵਾਲੀ ਕਹਿ ਰਿਹਾ ਕਿਉਂਕਿ ਇੱਥੇ ਸੱਚਮੁੱਚ ਮਿਲਦੀ ਹੈ। ਜੇ ਲੋਕਡਾਊਨ ਕਰਕੇ ਲੋਕ ਘਰਾਂ 'ਚ ਬੈਠੇ ਨੇ ਤੇ ਘਰਾਂ 'ਚ ਬੈਠਿਆਂ ਲੋਕਾਂ ਨੂੰ ਪੈਸੇ ਵੀ ਮਿਲ ਰਹੇ ਨੇ, ਉਹਨਾਂ ਨੂੰ ਸਮਾਨ ਪਹੁੰਚਾਇਆ ਜਾ ਰਿਹਾ ਹੈ। ਇਹ ਬਾਹਰਲੇ ਦੇਸ਼ ਵਾਲੀ ਸਰਕਾਰੀ ਸਹਾਇਤਾ ਦੀ ਗੱਲ ਕਰ ਰਿਹਾ, ਹੋਰ ਦੇਸ਼ ਦੀ ਨਹੀਂ ਕਿਸੇ ਦੀ। ਇਹ ਇੰਗਲੈਂਡ ਦੀ, ਜਿੱਥੇ ਮੈਂ ਰਹਿ ਰਿਹਾ ਵਾਂ। ਹੁਣ ਕੀ ਹੋਇਆ? ਜਦੋਂ ਸਰਕਾਰੀ ਸਹਾਇਤਾ ਮਿਲ ਗਈ ਉਦੋਂ ਹਾਹੇ ਦੇ ਨਾਲ ਸੱਸਾ ਲੱਗ ਗਿਆ। ਸੱਸਾ ਹਾਹਾ। ਭਵਿੱਖ ਦੇ ਵਿੱਚ, ਫਿਊਚਰ ਦੇ ਵਿੱਚ ਮੈਨੂੰ ਕੋਈ ਟੈਨਸ਼ਨ ਨਹੀਂ, ਕਿਉਂਕਿ ਫਿਊਚਰ 'ਚ ਮੇਰਾ ਕੰਮ ਵੱਧ ਗਿਆ। ਬਹੁਵਚਨ ਦੇ ਨਾਲ, ਬਹੁਤੇ ਸਮਾਨ ਦੇ ਨਾਲ ਸਰਕਾਰੀ ਸਹਾਇਤਾ ਮਿਲ ਗਈ। ਹੁਣ ਕੀ ਹੋ ਗਿਆ? ਭਵਿੱਖ ਕਾਲ ਉੱਤਮ ਪੁਰਖ ਬਹੁਵਚਨ ਕਿਰਿਆ
ਸੱਸੇ ਤੇ ਹਾਹੇ ਦੇ ਨਾਲ ਬਣ ਗਈ। ਕਿਵੇਂ? ਦੇਖੋ ਜੀ, ਦੁਸ਼ਟ ਸਭਾ ਮਿਲ ਮੰਤਰ ਉਪਾਇਆ, ਕਰਸੈਂ ਔਦ ਕਨੇਰੀ। ਹਾਂਜੀ, ਕਰਸੈਂ ਭਾਵ ਅਸੀਂ ਕਰਾਂਗੇ, ਅਸੀਂ ਕਰ ਦਿਆਂਗੇ, ਅਸੀਂ ਕਰ ਦਿਆਂਗੇ, ਅਸੀਂ ਕਰਾਂਗੇ। ਕਰਸੈਂ ਔਦ ਕਨੇਰੀ ਭਾਵ ਉਮਰ ਮੁਕਾ ਦਿਆਂਗੇ, ਖਤਮ ਕਰ ਦਿਆਂਗੇ। ਦੁਸ਼ਟ ਸਭਾ ਕਿਹੜੀ ਹੈ? ਇਹ ਉਹ ਦੁਸ਼ਟ ਸਭਾ ਹੈ ਜਿਹਨੇ ਪ੍ਰਹਲਾਦ ਨੂੰ ਕਿਹਾ ਸੀ ਅਸੀਂ ਤੈਨੂੰ ਮਾਰ ਦਿਆਂਗੇ। ਭਾਵ ਰੱਬ ਨਾਲ ਟੁੱਟੇ ਹੋਏ ਲੋਕ ਆਖਦੇ ਨੇ ਕਿ ਰੱਬ ਦੇ ਨਾਮ ਜਪਣ ਵਾਲੇ ਨੂੰ ਖਤਮ ਕਰ ਦਿਆਂਗੇ। ਦੁਸ਼ਟ ਸਭਾ ਮਿਲ ਮੰਤਰ ਉਪਾਇਆ। ਮੰਤਰ ਦਾ ਮਤਲਬ ਦੇਖ ਲਓ, ਤੁਹਾਡੇ ਸਾਹਮਣੇ ਹੈ। ਕਿਸੇ ਬਾਬਿਆਂ ਵਾਲੇ ਮੰਤਰਾਂ 'ਚ ਨਾ ਪੈ ਜਾਇਓ। ਮੰਤਰ ਦਾ ਮਤਲਬ ਇਹ ਨਹੀਂ ਰਟਨ ਵੀ ਇੱਕ ਸ਼ਬਦ ਰਟੀ ਜਾਓ ਰਟੀ ਜਾਓ। ਸਨਾਤਨ ਮਤ ਵਿੱਚ ਮੰਤਰ ਦਾ ਅਰਥ ਰਟਨ ਹੋ ਸਕਦਾ ਹੈ। ਗੁਰਮਤ ਵਿੱਚ ਮੰਤਰ ਦਾ ਅਰਥ ਹੁੰਦਾ ਹੈ ਸਲਾਹ। ਮੰਤਰੀ ਤੋਂ ਲਫ਼ਜ਼ ਬਣਿਆ ਹੈ। ਮੰਤਰੀ ਹੁੰਦਾ ਸਲਾਹਕਾਰ। ਮੰਤਰੀ ਕੀ ਹੈ? ਰਾਜੇ ਦਾ ਸਲਾਹਕਾਰ। ਤੇ ਮੰਤਰੀ ਕੀ ਕਰੇਗਾ? ਮੰਤਰ ਦੇਗਾ, ਮੈਨੇ ਸਲਾਹ ਦੇਗਾ। ਮੰਤਰ ਮੈਨੇ ਸਲਾਹ। ਦੁਸ਼ਟ ਸਭਾ ਮਿਲ ਮੰਤਰ ਉਪਾਇਆ ਭਾਵ ਉਹਨਾਂ ਦੁਸ਼ਟਾਂ ਦੀ ਸਭਾ ਨੇ ਰਲ ਕੇ ਸਲਾਹ ਕੀਤੀ। ਜਿਹੜੀ ਗੁਰਬਾਣੀ ਹੈ ਨਾ, ਗੁਰੂ ਦਾ ਮੰਤਰ ਹੈ। ਗੁਰੂ ਦਾ ਮੰਤਰ ਹੈ, ਮੈਨੇ ਗੁਰੂ ਦੀ ਸਲਾਹ ਹੈ ਵੀ ਸਿੱਖਾ ਤੂੰ ਏਦਾਂ ਜ਼ਿੰਦਗੀ ਜੀਉ। ਗੁਰੂ ਦੀ ਸਲਾਹ ਹੈ। ਮੈਂ ਡਰੀ ਜਾਣਾ ਵਾ ਤੇ ਮੈਨੂੰ ਕੋਈ ਬਾਬਾ ਕਹਿੰਦਾ ਵੀ ਆਹ ਸ਼ਬਦ ਲੈ ਲਓ, ਇਹਨੂੰ 108 ਵਾਰੀ 40 ਦਿਨ ਪੜਿਓ, ਡਰ ਮੁੱਕ ਜਾਏਗਾ ਜੀ। ਕਿਹੜਾ ਸ਼ਬਦ? ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ ਬੁਝੀਆ। ਮੈਂ ਸ਼ਬਦ ਪੜ੍ਹੀ ਜਾਣਾ, ਮੈਂ ਸਮਝਦਾ ਨਹੀਂ ਆ ਤੇ ਮੈਂ ਡਰ ਕੇ ਮਰੀ ਜਾਣਾ। ਮੈਂ ਤੇ ਬਾਬੇ ਨੂੰ ਮੈਂ ਪੈਸੇ ਦੇਈ ਜਾਣੇ ਨੇ। ਹੁਣ ਕੀ ਸੀਗਾ? ਗੁਰੂ ਨੇ ਇੱਕ ਮੰਤਰ ਦਿੱਤਾ ਸੀ। ਉਹ ਕਿਹੜਾ ਸੀ? ਰਹਾਉ ਦੇ ਬੰਦ ਵਿੱਚ ਸੀ ਉਹ। ਮੈਂ ਉੜਦਿਆਂ ਵੀ ਸੁਖੀ, ਬਹਿੰਦਿਆਂ ਵੀ ਸੁਖੀ, ਡਰ ਨਹੀਂ ਲੱਗੇਗਾ। ਕਦੋਂ ਨਹੀਂ ਲੱਗੇਗਾ? ਜਦੋਂ ਰਾਖਾ ਏਕ ਹਮਾਰਾ ਸੁਆਮੀ, ਜਦੋਂ ਮੈਨੂੰ ਸਮਝ ਆ ਜਾਏਗੀ ਮੇਰਾ ਰਖਵਾਲਾ ਰੱਬ ਹੈਗਾ। ਤੇ ਆਖਰੀ ਤੁਕ ਸ਼ਬਦ ਹੀ ਪੜ੍ਹ ਕੇ ਦੇਖੋ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਜੇ ਤੇ ਰਟਣਾ ਹੁੰਦਾ ਫਿਰ ਰਟਾਇਆ ਆਣਾ ਸੀ। ਜੇ ਮੰਤਰ ਦਾ ਮਤਲਬ ਸਲਾਹ ਹੈਗੀ ਹੈ, ਗੁਰੂ ਨੇ ਸਲਾਹ ਦ੍ਰਿੜ ਕਰਾ ਦਿੱਤੀ। ਉੱਥੇ ਲਫ਼ਜ਼ ਆਇਆ ਦ੍ਰਿੜਾਇਆ, ਸਲਾਹ ਪੱਕੀ ਕਰ ਦਿੱਤੀ। ਕਹੋ ਨਾਨਕ ਗੁਰੂ ਮੰਤਰ ਦ੍ਰਿੜਾਇਆ, ਗੁਰੂ ਨੇ ਸਲਾਹ ਪੱਕੀ ਕਰ ਦਿੱਤੀ। ਉਹ ਸਲਾਹ ਕਿਹੜੀ ਪੱਕੀ ਕੀਤੀ? ਕਿ ਰਾਖਾ ਏਕ ਹਮਾਰਾ ਸੁਆਮੀ। ਰਹਾਉ ਦੇ ਬੰਦ ਵਿੱਚ ਸਾਡਾ ਰਾਖਾ ਰੱਬ ਹੈ। ਡਰ ਖਤਮ ਹੋ ਗਏ। ਇੱਕੋ ਵਾਰੀ ਸ਼ਬਦ ਪੜ੍ਹ ਕੇ ਡਰ ਹੋ ਗਏ। ਮੰਤਰ ਮੈਨੇ ਸਲਾਹ, ਕਰਸੈ ਮੈਨੇ ਅਸੀਂ ਕਰ ਦਿਆਂਗੇ, ਅਸੀਂ ਕਰਾਂਗੇ। ਭਵਿੱਖ ਕਾਲ ਵਿੱਚ ਕੀ ਹੋਇਆ? ਉੱਤਮ ਪੁਰਖ ਦੀ ਕਿਰਿਆ ਨਾਲ ਜਦੋਂ ਸੱਸਾ ਤੇ ਹਾਹਾ ਲੱਗ ਗਿਆ, ਉਦੋਂ ਉਹਦੇ ਅਰਥ ਬਣ ਗਏ ਅਸੀਂ ਕਰਾਂਗੇ। ਠੀਕ ਹੈ ਜੀ। ਹੁਣ ਆਜੋ ਜੀ, ਅਸੀਂ ਵਰਤਮਾਨ ਕਾਲ ਵਿੱਚ ਦੇਖਿਆ ਕਿ ਕੱਲਾ ਹਾਹਾ ਲੱਗਿਆ ਉੱਤਮ ਪੁਰਖ ਨੂੰ, ਬਹੁਵਚਨ ਨੂੰ। ਭਵਿੱਖ ਕਾਲ ਦੇ ਵਿੱਚ ਉਹਨੂੰ ਸਰਕਾਰੀ ਸਹਾਇਤਾ ਮਿਲ ਗਈ ਤੇ ਸੱਸਾ ਨਾਲ ਲੱਗ ਗਿਆ। ਸੱਸਾ ਹਾਹਾ ਹੋ ਗਿਆ ਭਵਿੱਖ ਕਾਲ ਦੇ ਵਿੱਚ। ਭਾਵ ਕਰਸੈਂ ਜਿਹੜਾ ਉੱਪਰ ਕੱਲਾ ਸਲਾਹੈਂ ਸੀ, ਧੋਵੈਂ ਸੀ, ਸਰੇਵੈਂ ਸੀ, ਅਸੀਂ ਧੋਂਦੇ ਹਾਂ, ਅਸੀਂ ਸਲਾਹੁੰਦੇ ਹਾਂ, ਅਸੀਂ ਸੇਵਦੇ ਹਾਂ। ਹੁਣ ਫਿਊਚਰ ਦੇ ਵਿੱਚ ਜਦੋਂ ਸੱਸਾ ਲੱਗ ਗਿਆ ਤੇ ਬਣ ਗਿਆ ਅਸੀਂ ਕਰਾਂਗੇ, ਅਸੀਂ ਜਾਵਾਂਗੇ, ਅਸੀਂ ਖਾਵਾਂਗੇ, ਅਸੀਂ ਮਾਰ ਮੁਕਾਵਾਂਗੇ। ਸਿਰਫ ਸੱਸਾ ਨਾਲ ਜੁੜਿਆ ਹਾਹੇ ਦੇ ਹੈ ਦੋਨੋਂ ਮੁਕਤੇ। ਉੱਤਮ ਪੁਰਖ ਬਹੁਵਚਨ ਵਿੱਚ ਵਰਤਮਾਨ ਕਾਲ ਵਿੱਚ ਹਾਹਾ ਵੀ ਮੁਕਤਾ ਹੈ, ਭਵਿੱਖ ਕਾਲ ਵਿੱਚ ਸੱਸਾ ਹਾਹਾ ਦੋਨੋਂ ਮੁਕਤੇ ਨੇ। ਠੀਕ ਹੈ ਜੀ। ਪਰ ਜਿਹੜਾ ਮੇਰਾ ਨਾਲ ਦਾ ਹੈ ਨਾ ਮੱਧਮ ਪੁਰਖ, ਜਿਹਨੂੰ ਮੈਂ ਤੂੰ ਕਹਿ ਕੇ ਬੁਲਾਣਾ ਵਾ, ਉਹਦੇ ਕੋਲ ਇੱਕ ਫਾਇਦਾ ਹੈਗਾ। ਉਹਦੇ ਕੋਲ ਹਾਹੇ ਦੇ ਨਾਲ ਸਿਹਾਰੀ ਹੈ। ਹੁਣ ਤੁਹਾਡੇ ਸਾਹਮਣੇ ਆ ਗਿਆ ਜੀ। ਤੂੰ ਆਪੇ ਪੂਜੈ ਪੂਜ ਕਰਾਵੇਂ। ਪਰ ਇਹਦੇ ਕੋਲ ਕੀ ਹੈ? ਇਹਦੇ ਕੋਲ ਚੀਜ਼ ਇੱਕੋ ਹੀ ਹੈ, ਇੱਕ ਵਚਨ ਹੈ। ਇਹਦੇ ਕੋਲ ਪਲੱਸ ਪੁਆਇੰਟ ਸਾਡੇ ਨਾਲ ਹੈਗਾ ਵੀ ਇਹਦੇ ਕੋਲ ਹਾਹੇ ਨੂੰ ਸਿਹਾਰੀ ਹੈ। ਮਾਈਨਸ ਪੁਆਇੰਟ ਹੈਗਾ ਵੀ ਇਹਦੇ ਕੋਲ ਵਚਨ ਇੱਕੋ ਹੀ ਹੈ। ਪਰ ਤੂੰ ਆਪੇ ਪੂਜੈ ਭਾਵ ਤੂੰ ਆਪੇ ਪੂਜਦਾ ਹੈ। ਪੂਜ ਕਰਾਵੇਂ, ਆਪੇ ਹੀ ਪੂਜਾ ਕਰਾਂਦਾ ਹੈ। ਸਤਿਗੁਰ ਕੋ ਸਿਰਜਣਹਾਰਿਆ, हे ਮੱਧਮ ਪੁਰਖ, ਹੈ ਤੂੰ ਆਪ ਹੀ ਪੂਜੈ, ਮੈਨੇ ਪੂਜਦਾ ਹੈ। ਵਰਤਮਾਨ ਕਾਲ ਦੇ ਵਿੱਚ ਪੂਜਦਾ ਹੈ, ਪੂਜ ਕਰਾਵੇਂ, ਆਪ ਹੀ ਤੂੰ ਪੂਜਾ ਕਰਾਂਦਾ ਹੈ। ਤੂੰ ਆਪੇ ਪੂਜੈ ਪੂਜ ਕਰਾਵੇਂ, ਸਤਿਗੁਰ ਕੋ ਸਿਰਜਣਹਾਰਿਆ। ਤੂੰ ਆਪ ਹੀ ਸਤਿਗੁਰੂ ਨੂੰ ਵਡਿਆਈ ਦਿੰਦਾ ਹੈ, ਆਪ ਹੀ ਹੋਰਨਾਂ ਪਾਸੋਂ ਗੁਰੂ ਦੀ ਵਡਿਆਈ ਕਰਾਉਂਦਾ ਹੈ। ਇੱਥੇ ਰੱਬ ਨੂੰ ਤੂੰ ਕਿਹਾ ਗਿਆ ਕਿ ਪ੍ਰਭੂ ਤੂੰ ਆਪ ਹੀ ਗੁਰੂ ਨੂੰ ਵਡਿਆਈ ਦਿੰਦਾ ਹੈ, ਆਪ ਹੀ ਵਡਿਆਈ ਕਰਾਉਂਦਾ ਹੈ। ਅਗਲੀ ਤੁਕ ਦੇਖੋ ਜੀ। ਜਿਉਂ ਤੂੰ ਰਾਖੈਂ ਤਿਉਂ ਰਹਾ,
प्रभ अगम अपारे, ज्यों तू मैंने मध्यम पुरख तू राखै, तू है ਇੱਕੋ ਹੀ ਹੈ, ਤੇਰੇ ਕੋਲ ਇੱਕ ਵਚਨ ਹੈ, ਬਹੁ ਵਚਨ ਨਹੀਂ, ਪਰ ਤੇਰੇ ਕੋਲ ਹਾਹੇ ਦੇ ਨਾਲ ਸਿਹਾਰੀ ਵੀ ਹੈਗੀ ਹੈ। ਇਸ ਕਰਕੇ ਜਿੱਥੇ ਹੁਣ ਹਾਹੇ ਨੂੰ ਸਿਹਾਰੀ ਆ ਗਈ, ਉੱਥੇ ਮੱਧਮ ਪੁਰਖ ਇੱਕ ਵਚਨ ਦੀ ਕਿਰਿਆ ਬਣ ਗਈ, ਜਿਉਂ ਤੂੰ ਰਾਖੈ ਤਿਉਂ ਰਹਾ, ਪ੍ਰਭ ਅਗਮ ਅਪਾਰੇ, ਤੇ ਪ੍ਰਭੂ ਜਿਵੇਂ ਤੂੰ ਰੱਖਦਾ ਹੈ ਉਵੇਂ ਹੀ ਮੈਂ ਰਹਿੰਦਾ ਹਾਂ। ਜਿਉਂ ਤੂੰ ਰਾਖੈ ਤਿਉਂ ਰਹਾ, ਪ੍ਰਭ ਅਗਮ ਅਪਾਰੇ, ਹੇ ਅਪਹੁੰਚ ਹੈ ਬੇਅੰਤ ਪ੍ਰਭੂ, ਜਿਵੇਂ ਤੂੰ ਮਨ ਰੱਖਦਾ ਹੈ ਮੈਂ ਉਸੇ ਤਰ੍ਹਾਂ ਰਹਿ ਸਕਦਾ ਹਾਂ। ਅਗਲਾ ਪ੍ਰਮਾਣ ਦੇਖੋ ਜੀ, ਨਾਵੇਂ ਧੋਵੇਂ ਪੂਜੈ ਸੈਲਾ, ਨਾਵੇਂ ਧੋਵੇਂ ਪੂਜੈ ਸੈਲਾ। ਹੁਣ ਇੱਥੇ ਵੀ ਦੂਜੇ ਨੂੰ ਗੱਲ ਕਹੀ ਹੈ, ਦੂਜਾ ਕੌਣ ਹੈ? ਪੰਡਤ ਹੈ। ਤੇ ਪੰਡਤ ਤੂੰ ਇਸ਼ਨਾਨ ਕਰਦਾ ਹੈ ਤੂੰ ਇੱਕੋ ਹੀ, ਬਹੁ ਵਚਨ ਨਹੀਂ ਹੈ, ਪਰ ਤੇਰੇ ਕੋਲ ਹਾਹੇ ਦੇ ਨਾਲ ਸਿਹਾਰੀ ਹੈਗੀ ਹੈ, ਮੇਰੇ ਕੋਲ ਹਾਹੇ ਨਾਲ ਸਿਹਾਰੀ ਨਹੀਂ। ਮੱਧਮ ਪੁਰਖ ਤੇਰੇ ਕੋਲ ਹਾਹੇ ਨਾਲ ਸਿਹਾਰੀ ਹੈਗੀ ਹੈ, ਇਸ ਕਰਕੇ ਤੂੰ ਨਹਾਉਂਦਾ ਹੈ, ਧੋਵੇਂ, ਤੂੰ ਸਰੀਰ ਨੂੰ ਮਲ ਮਲ ਕੇ ਧੋਂਦਾ ਹੈ, ਪੂਜੈ ਸੈਲਾ, ਤੂੰ ਪੱਥਰ ਨੂੰ ਪੂਜਦਾ ਹੈ। ਇੱਥੇ ਸੈਲ ਪੱਥਰ ਕਿਹਾ ਹੈ? ਜਿਹੜੀ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣੀਆਂ ਹੁੰਦੀਆਂ ਨੇ ਉਹਨਾਂ ਨੂੰ ਕਿਹਾ ਗੁਰੂ ਸਾਹਿਬ ਨੇ। ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈਗਾ, ਪੂਜੈ ਸੈਲਾ, ਤੂੰ ਨਹਾਉਂਦਾ ਹੈ, ਤੂੰ ਧੋਂਦਾ ਹੈ, ਤੂੰ ਪੂਜਦਾ ਹੈ। ਹੁਣ ਦੇਖੋ ਜੀ ਆਨੰਦ ਸਾਹਿਬ ਦੇ ਵਿੱਚ, ਆਨੰਦ ਸਾਹਿਬ ਦੇ ਵਿੱਚ ਅਕਸਰ ਅਸੀਂ ਇੱਥੇ ਆ ਕੇ ਗਲਤੀ ਕਰ ਜਾਂਦੇ ਹਾਂ। ਜਿਹੜੀ ਸਾਡੀ ਅਗਲੀ ਤੁਕ ਹੈਗੀ ਹੈ, ਜਿਉਂ ਤੂੰ ਚਲਾਏ ਹੈ, ਇਸੇ ਕਰਕੇ ਇੱਥੇ ਹਾਹੇ ਨੂੰ ਸਿਹਾਰੀ ਪਈ ਹੈ। ਕਿਉਂ? ਕਿਉਂਕਿ ਕਿਰਿਆ ਦੇ ਨਾਲ ਮੱਧਮ ਪੁਰਖ ਇੱਕ ਵਚਨ ਜਦੋਂ ਵਰਤਮਾਨ ਕਾਲ ਦਾ ਹੋਵੇ, ਹਾਹੇ ਨੂੰ ਸਿਹਾਰੀ ਲਾਣੀ ਪੈਂਦੀ ਹੈ। ਇਸ ਕਰਕੇ ਲਗਾਈ, ਜਿਉਂ ਤੂੰ ਚਲਾਏ ਹੈ, ਜਿਵੇਂ ਤੂੰ ਚਲਾਉਂਦਾ ਹੈ, ਤਿਵੇਂ ਚੱਲੇ। ਹੁਣ ਚੱਲੇ ਆ ਗਿਆ ਜੀ, ਕੱਲਾ ਹਾਹਾ ਆ ਗਿਆ, ਉਵੇਂ ਅਸੀਂ ਚੱਲਦੇ ਹਾਂ। ਜੇ ਕੱਲਾ ਹਾਹਾ ਆ ਗਿਆ, ਇਹਦਾ ਮਤਲਬ ਅਸੀਂ ਪੜ੍ਹ ਕੇ ਗਏ ਹਾਂ ਪਿੱਛੇ, ਉੱਤਮ ਪੁਰਖ ਵਾਸਤੇ ਹੈ, ਬਹੁ ਵਚਨ ਵਾਸਤੇ ਵਰਤਮਾਨ ਕਾਲ ਲਈ ਤੁਹਾਡੇ ਸਾਹਮਣੇ ਹੁਣ ਚੱਲਿਆ। ਜਿਉਂ ਤੂੰ ਚਲਾਏ ਹੈ, ਇਹਨੂੰ ਚਲਾਏ ਹੈ ਪੜ੍ਹਨਾ ਹੈ, ਜਿਉਂ ਤੂੰ ਚਲਾਏ ਹੈ ਤਿਵੇਂ ਚੱਲੇ, ਜਿਨਾ ਮਾਰਗ ਪਾਵੇ। ਚੱਲੇ ਹੈ ਹਾਹਾ ਬੋਲਣ ਦੀ ਪੂਰਾ ਲੋੜ ਨਹੀਂ, ਚੱਲੇ ਬਸ, ਦੈਟਸ ਇਟ। ਜਿਉਂ ਤੂੰ ਚਲਾਏ ਹੈ ਤਿਵੇਂ ਚੱਲੇ, ਜਿਵੇਂ ਤੂੰ ਚਲਾਉਂਦਾ ਹੈ। ਹੁਣ ਤੇਰੇ ਕੋਲ ਕੀ ਹੈ? ਇਹ ਮੱਧਮ ਪੁਰਖ ਤੂੰ ਇਕੱਲਾ ਹੀ ਹੈ, ਅਸੀਂ ਚੱਲਦੇ ਹਾਂ, ਅਸੀਂ ਬਹੁਤੇ ਹਾਂ, ਪਰ ਤੇਰੇ ਕੋਲ ਹਾਹੇ ਨੂੰ ਸਿਹਾਰੀ ਹੈ ਕਿਰਿਆ ਦੇ ਨਾਲ, ਸਾਡੇ ਕੋਲ ਇਕੱਲਾ ਹੀ ਹਾਹਾ ਹੈ, ਸਾਡੇ ਕੋਲ ਸਿਹਾਰੀ ਹੈ ਨਹੀਂ। ਜਿਉਂ ਤੂੰ ਚਲਾਏ ਹੈ ਤਿਵੇਂ ਚੱਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਠੀਕ ਹੈ ਜੀ। ਹਾਂਜੀ, ਹੋਰ ਵੀ ਤੁਸੀਂ ਦੇਖ ਲਓ, ਅਸੀਂ ਗੁਰਬਾਣੀ ਚ ਪੜ੍ਹਦੇ ਹਾਂ, ਵੇਲ ਪਰਾਈ ਜੋ ਹੈ ਜਿਹੜੇ, ਕਰੈ ਚੋਰੀ ਬੁਰਿਆਈ। ਕੱਢ ਲਓ ਜੀ ਇਹ ਤੁਕ, ਵੇਲ ਪਰਾਈ ਜੋ ਹੈ ਜਿਹੜੇ, ਇਹ ਮੇਰੀ ਜਿੰਦ ਤੂੰ ਪਰਾਈ ਇਸਤਰੀ ਦੇਖਦਾ ਹੈ, ਤੱਕਦਾ ਹੈ। ਜੋ ਹੈ ਵੇਲ ਪਰਾਈ ਜੋ ਹੈ ਜਿਹੜੇ, ਫਿਰ ਕਰੈ ਚੋਰੀ ਬੁਰਿਆਈ, ਕਰੈ ਮੈਨੇ ਤੂੰ ਕਰਦਾ ਹੈ। ਹੁਣ ਜਿੱਥੇ ਕਿਰਿਆ ਦੇ ਹਾਹੇ ਨੂੰ ਆਖਰੀ ਅੱਖਰ ਨੂੰ ਸਿਹਾਰੀ ਆ ਗਈ, ਹਾਹੇ ਨੂੰ ਸਿਹਾਰੀ ਆ ਗਈ, ਉੱਥੇ ਹੁਣ ਮੱਧਮ ਪੁਰਖ ਇੱਕ ਵਚਨ ਵਰਤਮਾਨ ਕਾਲ ਬਣ ਗਿਆ। ਭਾਵ ਹੈ ਮੱਧਮ ਪੁਰਖ ਤੂੰ ਹੈ ਇਕੱਲਾ, ਪਰ ਤੇਰੇ ਕੋਲ ਹਾਹੇ ਨੂੰ ਸਿਹਾਰੀ ਨਾਲ ਹੈਗੀ ਹੈ, ਜੋ ਹੈ ਤੇ ਵੀ ਕਰੈ ਤੇ ਵੀ। ਵੇਲ ਪਰਾਈ ਜੋ ਹੈ ਜਿਹੜੇ, ਕਰੈ ਚੋਰੀ ਬੁਰਿਆਈ, ਤੂੰ ਬੁਰਾਈ ਕਰਦਾ ਹੈ, ਤੂੰ ਚੋਰੀ ਕਰਦਾ ਹੈ। ਹਾਂਜੀ, ਜਿਹੜਾ ਰਹੀ ਹੈ ਲਫ਼ਜ਼ ਹੈ ਨਾ, ਹੰਸ ਚਲਿਆ ਤੂੰ ਪਿੱਛੇ ਰਹੀ ਹੈ, ਇਹ ਰਹੀ ਹੈ ਇੱਕ ਅਲੱਗ ਚੈਪਟਰ ਹੈਗਾ, ਇਹ ਵੀ ਅਸੀਂ ਆਪਾਂ ਕਰਾਂਗੇ ਅੱਗੋਂ, ਐਸੀ ਗੱਲ ਨਹੀਂ। ਰਹੀ ਹੈ ਦਾ ਚੈਪਟਰ ਇੱਕ ਅਲੱਗ ਚੈਪਟਰ ਹੈ, ਤੇ ਇਹਦੀ ਵੀ ਅਸੀਂ ਜ਼ਰੂਰ ਅੱਗੋਂ ਵਿਚਾਰ ਕਰਾਂਗੇ। ਹਾਂਜੀ, ਇੱਕ ਮਿੰਟ। ਹਾਂਜੀ, ਫਿਰ ਇੱਕ ਸ਼ਬਦ ਹੋਰ ਤੁਸੀਂ ਹੋਰ ਕੱਢ ਲਓ ਜੀ, ਕਰੈ ਮੈਨੇ ਤੂੰ ਕਰਦਾ ਹੈ, ਜਿਸਨੂੰ ਕਥਾ ਸੁਣਾਏ ਹੈ ਆਪਣੀ। ਜਿਹੜਾ ਆ ਰਹੀ ਵਾਲਾ ਹੈਗਾ ਨਾ,
ਇਹ ਭੂਤਕਾਲ ਦੀ ਕਿਰਿਆ ਹੁੰਦੀ ਹੈ, ਇਹ ਯਾਦ ਰੱਖਿਓ। ਰਹੀਆਂ ਹੋ ਗਿਆ, ਹੋਈਆਂ ਹੋ ਗਿਆ, ਇਦਾਂ ਦੇ ਸ਼ਬਦ ਆਉਂਦੇ ਨੇ, ਇਹ ਭੂਤਕਾਲ ਦੀ ਕਿਰਿਆ ਹੁੰਦੀ ਹੈ। ਇਸਤਰੀ ਲਿੰਗ ਸ਼ਬਦਾਂ ਵਾਸਤੇ ਆਉਂਦੀ ਸਿਰਫ, ਇਹ ਅੱਗੇ ਪਿੱਛੇ ਨਹੀਂ ਆਉਂਦੀ। ਹਾਂਜੀ, ਅਗਲਾ ਸ਼ਬਦ ਕੱਢੋ ਜੀ ਤੁਸੀਂ। ਜਿਸ ਨੂੰ ਕਥਾ ਸੁਣਾਏ ਹੈ ਆਪਣੀ, ਜਿਸ ਨੂੰ ਤੂੰ ਕਥਾ ਸੁਣਾਉਂਦਾ ਹੈ, ਸੁਣਾਏ ਹੈ, ਤੂੰ ਇਕੱਲਾ ਹੈ, ਇੱਕ ਵਚਨ ਹੈ, ਪਰ ਤੇਰੇ ਕੋਲ ਕਿਰਿਆ ਦੇ ਨਾਲ ਹਾਹੇ ਨੂੰ ਸਿਹਾਰੀ ਹੈਗੀ ਹੈ। ਜਿਸ ਨੂੰ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰੇ ਸੁਖ ਪਾਵੇ, ਉਹ ਗੁਰੂ ਦੇ ਦਰ ਤੇ ਸੁਖ ਪਾਉਂਦੇ ਹਨ। ਗੁਰਬਾਣੀ 'ਚ ਤੁਕ ਹੈਗੀ ਹੈ, ਜਿਸ ਨੂੰ ਕਥਾ ਸੁਣਾਏ ਹੈ ਆਪਣੀ, ਸੁਣਾਏ ਦੇ ਨਾਲ ਹਾਹੇ ਨੂੰ ਸਿਹਾਰੀ ਆ ਗਈ, ਮੈਨੇ ਤੂੰ ਸੁਣਾਉਂਦਾ ਹੈ, ਸੇ ਗੁਰਦੁਆਰੇ ਸੁਖ ਪਾਵੇ, ਉਹ ਗੁਰੂ ਦੇ ਦਰ ਤੇ ਸੁਖ ਪਾਉਂਦੇ ਹਨ। ਤੀਜੀ ਲਾਈਨ ਹੈ ਜੀ, ਤੀਜੀ ਲਾਈਨ, ਸੁਣਾਏ ਹੈ। ਦੇਖੋ ਹੁਣ ਫਿਰ ਕਿਰਿਆ ਦੇ ਆਖਰੀ ਅੱਖਰ ਹਾਹੇ ਨੂੰ ਸਿਹਾਰੀ ਆ ਗਈ, ਹਾਹੇ ਨੂੰ ਸਿਹਾਰੀ ਆਈ ਮੈਨੇ, ਇਹ ਹੁਣ ਮੱਧਮ ਪੁਰਖ ਇੱਕ ਵਚਨ ਵਰਤਮਾਨ ਦੀ ਕਿਰਿਆ ਹੈ। ਹੁਣ ਉੱਤਮ ਪੁਰਖ ਮੱਧਮ ਪੁਰਖ ਨੂੰ ਕਹਿੰਦਾ ਵੀ ਦੇਖ ਮੈਂ ਤੇ ਬੜਾ ਲੱਕੀ ਆ, ਹੁਣ ਮੇਰੇ ਕੋਲ ਕੱਲਾ ਹਾਹਾ ਹੈਗਾ, ਪਰ ਫਿਊਚਰ ਦੇ ਵਿੱਚ ਮੈਨੂੰ ਸਰਕਾਰੀ ਸਹਾਇਤਾ ਮਿਲ ਜਾਣੀ, ਮੇਰੇ ਨਾਲ ਸੱਸੇ ਨਾਲ ਹਾਹੇ ਨਾਲ ਸੱਸਾ ਵੀ ਲੱਗ ਜਾਣਾ, ਕਰਸੈਂ ਜਾਸੈਂ। ਮੱਧਮ ਪੁਰਖ ਤੂੰ ਸੁਣਾ ਵੀ ਤੇਰਾ ਫਿਊਚਰ ਕਿਵੇਂ ਹੈ? ਤੇ ਮੱਧਮ ਪੁਰਖ ਤਾਂ ਕੀ ਕਹਿੰਦਾ, ਕਹਿੰਦਾ ਸਰਕਾਰ ਕੱਲਾ ਤੈਨੂੰ ਥੋੜੀ ਸਹਾਇਤਾ ਦੇਗੀ, ਫਿਊਚਰ ਦੇ ਵਿੱਚ ਭਵਿੱਖ ਕਾਲ ਵਿੱਚ ਆਉਣ ਵਾਲੇ ਟਾਈਮ 'ਚ ਸਰਕਾਰ ਮੈਨੂੰ ਵੀ ਸਹਾਇਤਾ ਦੇਗੀ, ਤੈਨੂੰ ਇਕੱਲੇ ਨੂੰ ਥੋੜੀ ਦੇਗੀ। ਜੇ ਫਿਊਚਰ ਵਿੱਚ ਭਵਿੱਖ ਕਾਲ ਦੇ ਵਿੱਚ ਤੇਰੇ ਕੋਲ ਸੱਸਾ ਆਏਗਾ ਤੇ ਮੇਰੇ ਕੋਲ ਵੀ ਸੱਸਾ ਆ ਜਾਏਗਾ। ਕਿਵੇਂ ਆਏਗਾ? ਦੇਖੋ, ਬਿਨ ਸਾਚੇ ਹੋਰ ਸਲਾਹਣਾ, ਜਾਸੈ ਜਨਮ ਸਭ ਖੋਏ। ਪਹਿਲਾਂ ਕੱਲਾ ਹਾਹੇ ਨੂੰ ਸਿਹਾਰੀ ਸੀ, ਹੁਣ ਜਦੋਂ ਸਰਕਾਰੀ ਸਹਾਇਤਾ ਨਾਲ ਮਿਲ ਗਈ ਫਿਊਚਰ ਦੇ ਵਿੱਚ, ਤੇ ਅੱਗੇ ਲੱਗ ਗਿਆ ਸੱਸਾ, ਸੱਸਾ ਹਾਹੇ ਨੂੰ ਸਿਹਾਰੀ, ਜਾਸੈ ਜਨਮ ਸਭ ਖੋਏ। ਬਸ ਇਹੀ ਇਹਨਾਂ ਦੇਸ਼ਾਂ ਦਾ ਫਾਇਦਾ ਹੈਗਾ ਵੈ ਕਿ ਸਰਕਾਰੀ ਸਹਾਇਤਾ ਸਿਰਫ ਖਾਸ ਬੰਦਿਆਂ ਨੂੰ ਨਹੀਂ ਮਿਲਦੀ ਵੀ ਮੈਂ ਖਾਸ ਆ ਤੇ ਮੈਨੂੰ ਮਿਲੇਗੀ, ਦੂਜੇ ਨੂੰ ਵੀ ਮਿਲੇਗੀ ਤੇ ਥਰਡ ਪਰਸਨ ਨੂੰ ਵੀ ਮਿਲੇਗੀ ਫਿਊਚਰ ਦੇ ਵਿੱਚ, ਸਭ ਨੂੰ। ਇਸ ਕਰਕੇ ਸੱਸਾ ਸਾਰਿਆਂ ਨਾਲ ਲੱਗ ਜਾਏਗਾ। ਬਿਨ ਸਾਚੇ ਹੋਰ ਸਲਾਹਣਾ, ਜਾਸੈ ਜਾਸੈ ਮੈਨੇ ਤੂੰ ਜਾਏਗਾ। ਹੁਣ ਤੂੰ ਹੈ ਇੱਕੋ ਹੀ ਹੈ, ਪਰ ਤੇਰੇ ਕੋਲ ਹਾਹੇ ਨੂੰ ਸਿਹਾਰੀ ਸੀ, ਫਿਊਚਰ ਦੇ ਵਿੱਚ ਸੱਸਾ ਵੀ ਤੈਨੂੰ ਮਿਲ ਗਿਆ, ਸੱਸਾ ਹਾਹੇ ਨੂੰ ਸਿਹਾਰੀ ਲੱਗ ਗਈ। ਆਪ ਮੱਧਮ ਪੁਰਖ ਫਿਊਚਰ ਟੈਂਸ ਦੇ ਵਿੱਚ ਹੁਣ ਇੱਕ ਪੁਰਵਚਨ ਵਾਸਤੇ, ਸਿੰਗੂਲਰ ਵਾਸਤੇ ਸੱਸਾ ਹਾਹੇ ਨੂੰ ਸਿਹਾਰੀ ਲੱਗ ਗਈ। ਬਿਨ ਸਾਚੇ ਹੋਰ ਸਲਾਹਣਾ, ਜਾਸੈ ਜਨਮ ਸਭ ਹੋਏ। ਭਾਵ ਤੂੰ ਆਪਣਾ ਸਾਰਾ ਜਨਮ ਵਿਅਰਥ ਗਵਾ ਜਾਏਗਾ। ਹੁਣ ਆਓ ਜੀ ਆਪਾਂ ਹੁਣ ਗਵਾਂਢੀ ਵੱਲ ਚਲੀਏ। ਗਵਾਂਢੀ ਦਾ ਕੀ ਹਾਲ ਚਾਲ ਹੈ ਜੀ? ਗਵਾਂਢੀ ਸਾਡਾ ਹੈਗਾ ਥਰਡ ਪਰਸਨ, ਅੰਨ੍ਯ ਪੁਰਖ। ਉਹ ਉੱਤਮ ਪੁਰਖ ਤੇ ਮੱਧਮ ਪੁਰਖ ਆਪਸ 'ਚ ਗੱਲਾਂ ਕਰ ਰਹੇ ਸੀ, ਕਹਿੰਦੇ ਕਿ ਗਵਾਂਢੀ ਕੋਲ ਕੀ ਹੈ? ਕਹਿੰਦੇ ਕਿ ਗਵਾਂਢੀ ਸਾਡੇ ਤੋਂ ਬੜਾ ਚੰਗਾ ਜੀ। ਉੱਤਮ ਪੁਰਖ ਦੇ ਕੋਲ ਕੱਲਾ ਹਾਹਾ ਹੈਗਾ ਵੈ, ਸਮਾਨ ਤੇ ਬਹੁਤ ਹੈ, ਬਹੁਵਚਨ ਹੈ, ਪਰ ਕੱਲਾ ਹਾਹਾ ਹੈ। ਮੱਧਮ ਪੁਰਖ ਦੇ ਕੋਲ ਸਮਾਨ ਤੇ ਥੋੜਾ ਵੈ, ਇੱਕੋ ਹੀ ਹੈ, ਪਰ ਉਹਦੇ ਕੋਲ ਹਾਹੇ ਨੂੰ ਸਿਹਾਰੀ ਹੈ। ਜਿਹੜਾ ਸਾਡਾ ਗਵਾਂਢੀ ਹੈ ਨਾ, ਉਹਦੇ ਕੋਲ ਸਮਾਨ ਵੀ ਬਹੁਤ ਹੈ, ਬਹੁਵਚਨ ਹੈ, ਤੇ ਉਹਦੇ ਕੋਲ ਹਾਹੇ ਨੂੰ ਸਿਹਾਰੀ ਵੀ ਲੱਗੀ ਹੋਈ ਹੈ। ਤੁਹਾਡੇ ਸਾਹਮਣੇ ਜੀ ਵਰਤਮਾਨ ਕਾਲ, ਪ੍ਰੈਜ਼ੈਂਟ ਟੈਂਸ, ਅੰਨ੍ਯ ਪੁਰਖ, ਥਰਡ ਪਰਸਨ, ਕਿਰਿਆਵਾਚੀ ਸ਼ਬਦ ਜਿਹੜੇ ਵਰਬਸ ਨੇ ਉਹਨਾਂ ਨੂੰ ਬਹੁਵਚਨ ਬਣਾਉਣ ਲਈ, ਪਲੂਰਲ ਕਰਨ ਦੇ ਲਈ ਕਿਰਿਆ ਦੇ ਵਰਬ ਦੇ ਲਾਸਟ ਵਿੱਚ, ਅਖੀਰ ਵਿੱਚ ਹਾਹੇ ਦੀ ਸਿਹਾਰੀ ਦੀ ਵਰਤੋਂ ਕੀਤੀ ਜਾਂਦੀ ਹੈ। ਹਰ ਜਨ ਰਾਮ ਨਾਮ ਗੁਣ ਗਾਵੇ। ਇਸ ਤੋਂ ਅਗਲੀ ਤੁਕ ਦੇਖੋ, ਗਾਵੇਂ ਰਾਜੇ ਰਾਣੀਆਂ। ਅਸੀਂ ਹਾਹੇ ਦੀ ਸਿਹਾਰੀ ਕਰ ਰਹੇ ਹਾਂ। ਗਾਵੇਂ ਰਾਜੇ ਰਾਣੀਆਂ, ਬੋਲੇ ਆਲ ਪਤਾਲ। ਗਾਵੇਂ ਮੈਨੇ ਗਾਉਂਦੇ ਹਨ, ਉਹ ਗਾਉਂਦੇ ਹਨ ਕੌਣ? ਜਿਹੜੇ ਥਰਡ ਪਰਸਨ ਨੇ, ਰਾਜੇ ਵੀ ਨੇ ਤੇ ਰਾਣੀਆਂ ਵੀ ਨੇ, ਉਹ ਹੈ ਵੀ ਬਹੁਤੇ ਨੇ, ਉਹਨਾਂ ਕੋਲ ਹਾਹੇ ਨੂੰ ਸਿਹਾਰੀ ਵੀ ਹੈਗੀ ਹੈ। ਗਾਵੇਂ ਰਾਜੇ ਰਾਣੀਆਂ, ਬੋਲੇ ਉਹ ਬੋਲਦੇ ਹਨ, ਬੋਲੇ ਆਲ ਪਤਾਲ। ਮਤਲਬ ਉੱਤਮ ਪੁਰਖ ਮੱਧਮ ਪੁਰਖ ਕੋਲ ਬਰਾਬਰ ਦਾ ਸਮਾਨ ਹੈ, ਅੰਨ੍ਯ ਪੁਰਖ ਕੋਲ ਜ਼ਿਆਦਾ ਵੈ। ਉੱਤਮ ਪੁਰਖ ਕੋਲ ਸਮਾਨ ਜ਼ਿਆਦਾ ਵੈ, ਪਰ ਕੱਲਾ ਹਾਹਾ ਹੈ।
ਮੱਧਮ ਪੁਰਖ ਦੇ ਕੋਲ ਸਮਾਨ ਇੱਕੋ ਹੀ ਹੈ ਪਰ ਹਾਹੇ ਨੂੰ ਸਿਆਰੀ ਹੈ। ਅੰਨ੍ਹੇ ਪੁਰਖ ਦੇ ਕੋਲ ਸਮਾਨ ਵੀ ਜ਼ਿਆਦਾ ਹੈ ਤੇ ਹਾਹੇ ਨੂੰ ਸਿਆਰੀ ਵੀ ਹੈ। ਉਹਦੇ ਕੋਲ ਐਡਵਾਂਟੇਜ ਹੈਗਾ ਵਾ, ਉਹਦੇ ਕੋਲ ਬੈਨੀਫਿਟ ਜ਼ਿਆਦਾ ਨਹੀਂ, ਉਹਦੇ ਕੋਲ ਜ਼ਿਆਦਾ ਚੀਜ਼ਾਂ ਨੇ। ਗਾਵੇਂ ਰਾਜੇ ਰਾਣੀਆਂ, ਉਹ ਰਾਜੇ ਰਾਣੀਆਂ ਗਾਉਂਦੇ ਹਨ, ਬੋਲੇ ਆਲ ਪਤਾਲ, ਤੇ ਮੂੰਹ ਚੋਂ ਕਈ ਢੰਗਾਂ ਦੇ ਬੋਲ ਬੋਲਦੇ ਹਨ। ਇੱਕ ਆਵੇਂ ਇੱਕ ਜਾਵੇਂ ਆਈ, ਇੱਕ ਮੈਨੇ ਕੱਕੇ ਨੂੰ ਸਿਆਰੀ ਯਾਦ ਰੱਖਿਓ, ਜਿੱਥੇ ਕੱਕੇ ਨੂੰ ਔਂਕੜ ਲੱਗ ਜਾਏ ਉੱਥੇ ਇੱਕ ਵਚਨ ਪੁਲਿੰਗ ਵਾਸਤੇ ਹੈ, ਜਿੱਥੇ ਕੱਕਾ ਮੁਕਤਾ ਹੋਵੇ ਉੱਥੇ ਇਸਤਰੀ ਲਿੰਗ ਵਾਸਤੇ ਵਿਸ਼ੇਸ਼ਣ ਹੈਗਾ, ਜਿੱਥੇ ਕੱਕੇ ਨੂੰ ਸਿਆਰੀ ਲੱਗ ਜਾਏ ਉੱਥੇ ਬਹੁਵਚਨ ਦੀ ਗੱਲ ਹੈ। ਹੁਣ ਇੱਥੇ ਇੱਕ ਦੇ ਕੱਕੇ ਨੂੰ ਸਿਆਰੀ ਲੱਗ ਗਈ, ਮੈਨੇ ਬਹੁਤੇ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਆਂ, ਉੱਥੇ ਇੱਕ ਦੇ ਕੱਕੇ ਨੂੰ ਸਿਆਰੀ ਭਾਵ ਕਈ ਰੱਬੀ ਨਿਯਮਾਂ ਦੇ ਵਿੱਚ ਭਟਕਾਏ ਜਾਂਦੇ ਹਨ। ਇੱਥੇ ਇੱਕ ਦਾ ਮਤਲਬ ਇੱਕ ਨਹੀਂ ਹੈਗਾ, ਇੱਕ ਦਾ ਮਤਲਬ ਕਈ ਹੈਗਾ। ਸਿਆਰੀ ਨੇ ਇੱਕ ਨੂੰ ਕਈ ਬਣਾ ਦਿੱਤਾ, ਸਿੰਗੂਲਰ ਨੂੰ ਪਲੂਰਲ ਕਰ ਦਿੱਤਾ। ਇੱਕ ਆਵੇਂ ਕਈ ਆਉਂਦੇ ਹਨ, ਉਹ ਵਾਲੇ ਥਰਡ ਪਰਸਨ ਜਿਨ੍ਹਾਂ ਦੇ ਕੋਲ ਸਮਾਨ ਵੀ ਬਹੁਤਾ ਹੈ, ਜਿਨ੍ਹਾਂ ਦੇ ਕੋਲ ਹਾਹੇ ਨੂੰ ਸਿਆਰੀ ਵੀ ਨਾਲ ਹੈ, ਜਿਨ੍ਹਾਂ ਕੋਲ ਦੋ ਦੋ ਚੀਜ਼ਾਂ ਨੇ। ਉਹ ਕੀ ਕਰਦੇ ਨੇ, ਸਾਡੇ ਤੋਂ ਅਮੀਰ ਨੇ, ਉੱਤਮ ਪੁਰਖ ਤੇ ਮੱਧਮ ਪੁਰਖ ਤੋਂ ਅਮੀਰ ਨੇ ਅੰਨੇ ਥਰਡ। ਸਾਡੇ ਗਵਾਂਢੀ ਅਮੀਰ ਨੇ ਸਾਡੇ ਨਾਲੋਂ। ਇਹ ਸੱਚੀ ਨਾ ਸੋਚ ਲਿਓ, ਨਹੀਂ ਤੇ ਐਵੇਂ ਟੈਨਸ਼ਨ 'ਚ ਰਾਤ ਨੀਂਦ ਨਹੀਂ ਆਏਗੀ ਵੀ ਸਾਡੇ ਗਵਾਂਢੀ ਦੇ ਜੀ ਬੜੇ ਅਮੀਰ ਨੇ। ਇਹ ਤੇ ਸਿਰਫ ਇਸ ਨਿਯਮ ਨੂੰ ਸਮਝਣ ਵਾਸਤੇ ਇੱਕ ਕਹਾਣੀ ਘੜੀ ਗਈ ਹੈ ਤਾਂ ਕਿ ਅਸੀਂ ਆਸਾਨੀ ਨਾਲ ਸਮਝ ਜਾਈਏ। ਜਿਹੜੇ ਸਾਡੇ ਗਵਾਂਢੀ ਥਰਡ ਪਰਸਨ ਨੇ, ਇੱਕ ਆਵੇਂ ਉਹ ਆਉਂਦੇ ਹਨ, ਕਈ ਆਉਂਦੇ ਹਨ, ਇੱਕ ਜਾਵੇਂ ਆਈ, ਕਈ ਆਉਂਦੇ ਜਾਂਦੇ ਹਨ। ਹਾਂਜੀ, ਇਸ ਤਰ੍ਹਾਂ ਦੇ ਅਸੀਂ ਹੋਰ ਵੀ ਪ੍ਰਮਾਣ ਦੇਖ ਲੈਂਦੇ ਹਾਂ। ਇੱਕ ਆਵੇਂ ਇੱਕ ਜਾਵੇਂ ਆਈ। ਹਾਂਜੀ, ਕਿਲਵਿਖ ਉਤਰੈ ਸ਼ੁੱਧ ਹੋਏ ਸਾਧੂ ਸ਼ਰਨਾਈ। ਚਰਨਜੀਤ ਵੀਰ ਜੀ ਇਹ ਸਾਹਮਣੇ ਡਿਸਪਲੇ ਕਰ ਦਿਓ। ਕਿਲਵਿਖ ਪਹਿਲਾਂ ਕੱਕਾ, ਉਤਰੈ ਫਿਰ ਊੜਾ। ਕਿਲਵਿਖ ਇਕੱਠਾ ਹੈ, ਮਤਲਬ ਕਿਲਵਿਖ ਉਤਰੈ ਇਹ ਹਮੇਸ਼ਾ ਇਕੱਠਾ ਲਫ਼ਜ਼ ਹੀ ਆਏਗਾ। ਕਿਲਵਿਖ ਜਦੋਂ ਆਏਗਾ ਇਹਦਾ ਮਤਲਬ ਹੁੰਦਾ ਵੱਡੇ ਪਾਪ। ਕੋਈ ਜ਼ਖਮ ਹੋਵੇ ਨਾ ਤੇ ਕਿਲ ਵਰਗਾ ਡੂੰਘਾ ਹੋਵੇ, ਉਹ ਜਲਦੀ ਕਿਤੇ ਭਰਦਾ ਨਹੀਂ ਹੈਗਾ। ਤੇ ਜੇਕਰ ਉਸ ਜ਼ਖਮ ਦੇ ਵਿੱਚ ਜ਼ਹਿਰ ਵੀ ਹੋਵੇ, ਵਿਖ ਵੀ ਹੋਵੇ, ਫਿਰ ਉਹ ਜ਼ਖਮ ਕੈਂਸਰ ਬਣ ਜਾਂਦਾ ਹੈ, ਨਸੂਰ ਬਣ ਜਾਂਦਾ ਹੈ। ਕਿਲਵਿਖ ਮਨੇ ਵੱਡੇ ਪਾਪ ਜਿਹੜੇ ਕਿਲ ਵਾਂਗੂ ਦਿਲ ਦੀਆਂ ਗਹਿਰਾਈਆਂ 'ਚ ਡੂੰਘੇ ਉਤਰੇ ਨੇ ਤੇ ਜ਼ਹਿਰ ਵਾਂਗੂ ਭਰੇ ਹੋਏ ਨੇ। ਕਿਲਵਿਖ ਉਤਰੈ, ਉਹ ਸਾਰੇ ਕਿਲਵਿਖ ਉਤਰਦੇ ਹਨ, ਉਹ ਵਾਲੇ ਕਿਲਵਿਖ ਉਤਰ ਜਾਂਦੇ ਹਨ। ਸ਼ੁੱਧ ਹੋਏ, ਉਹ ਸ਼ੁੱਧ ਹੋ ਜਾਂਦੇ ਨੇ ਸਾਧੂ ਸ਼ਰਨਾਈ, ਗੁਰੂ ਦੀ ਸ਼ਰਨ ਵਿੱਚ ਆ ਕੇ। ਹੁਣ ਦੇਖੋ ਇਹਦੇ ਵਿੱਚ ਕੀ ਹੈ, ਇੱਕ ਥਰਡ ਪਰਸਨ ਦੇ ਕੋਲ, ਗਵਾਂਢੀ ਦੇ ਕੋਲ ਬਹੁਵਚਨ ਵੀ ਹੈਗਾ। ਕਿਲਵਿਖ ਬਹੁਤੇ ਨੇ ਨਾ, ਜੇ ਇੱਕ ਹੁੰਦਾ ਤੇ ਖੱਕੇ ਨੂੰ ਔਂਕੜ ਲੱਗਣੀ ਸੀ, ਪਰ ਫਿਰ ਵੀ ਨਹੀਂ ਸੀ ਲੱਗਣੀ, ਪਰ ਕਿਲਵਿਖ ਬਹੁਤੇ ਨੇ। ਉਤਰੈ, ਇਸ ਕਰਕੇ ਬਹੁਤੇ ਕਿਲਵਿਖ ਉਤਰੈ, ਹਾਹੇ ਨੂੰ ਸਿਆਰੀ ਵੀ ਆ ਗਈ, ਬਹੁਵਚਨ ਵੀ ਆ ਗਿਆ ਤੇ ਹਾਹੇ ਨੂੰ ਸਿਆਰੀ ਵੀ ਆ ਗਈ। ਇਹਦਾ ਮਤਲਬ ਇਹ ਹੁਣ ਭੂਤਕਾਲ ਦੇ ਵਿੱਚ ਅੰਨ੍ਹੇ ਪੁਰਖ ਦੀ ਗੱਲ ਚੱਲ ਰਹੀ ਹੈ। ਕਿਲਵਿਖ ਉਤਰੈ, ਪਾਪ ਲੈ ਜਾਂਦੇ ਹਨ, ਸ਼ੁੱਧ ਹੋਏ ਸਾਧੂ ਸ਼ਰਨਾਈ, ਗੁਰੂ ਦੀ ਸ਼ਰਨ ਵਿੱਚ ਆ ਕੇ ਮਨ ਸ਼ੁੱਧ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਹਾਂਜੀ, ਇੱਕ ਹੋਰ ਤੁਕ ਦੇਖ ਲਓ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਆਂ। ਇਹ ਤਾਂ ਅਸੀਂ ਜਪਜੀ ਸਾਹਿਬ 'ਚ ਆਮ ਪੜ੍ਹਦੇ ਹਾਂ, ਰੋਜ਼ ਪੜ੍ਹਦੇ ਹਾਂ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਆਂ। ਇੱਕ ਹੁਕਮੀ, ਇੱਕ ਮੈਨੇ ਕਈ, ਕਈ ਬਹੁਤ ਸਾਰੇ, ਉਹ ਵਾਲੇ ਥਰਡ ਪਰਸਨ। ਭਵਾਈਆਂ ਮੈਨੇ ਭਵਾਏ ਜਾਂਦੇ ਹਨ। ਹੁਣ ਆਪਣੇ ਆਪ ਇਹ ਵਰਤਮਾਨ ਕਾਲ ਵਿੱਚ ਅੰਨ੍ਹੇ ਪੁਰਖ ਥਰਡ ਪਰਸਨ ਬਹੁਵਚਨ ਦੇ ਵਿੱਚ ਇਹਦੇ ਅਰਥ ਮੰਨਣਗੇ, ਉਹ ਭਵਾਏ ਜਾਂਦੇ ਹਨ। ਹਾਂਜੀ, ਇੱਕ ਹੋਰ ਲਿਖ ਲਓ ਪ੍ਰਮਾਣ। ਉਥੈ ਖੋਟੇ ਸਟੀਆਂ, ਖਰੇ ਕੀਚੈ ਸ਼ਾਬਾਸ। ਉਥੈ ਖੋਟੇ ਸਟੀਆਂ, ਖਰੇ ਕੀਚੈ ਸ਼ਾਬਾਸ। ਉੱਥੇ ਖੋਟੇ, ਉੱਥੇ ਉਸ ਥਾਂ ਤੇ ਖੋਟੇ, ਖੋਟੇ ਜਿਹੜੇ ਨੇ ਉਹ ਬਹੁਤੇ, ਉਹ ਜਿਹੜੇ ਬਹੁਤੇ ਖੋਟੇ ਥਰਡ ਪਰਸਨ ਬਹੁਵਚਨ, ਸਟੀਆਂ ਮੈਨੇ ਸੁੱਟੇ ਜਾਂਦੇ ਹਨ। ਤੇ ਜਿਹੜੇ ਖਰੇ ਨੇ ਉੱਥੇ ਕੀ ਕੀਤੇ ਜਾਂਦੇ ਨੇ,
खरे कीचे शाबाश, खरियां नूं शाबाशी मिलदी है, खरे उन्हां दी शलाघा कीती जांदी है। उत्थे कूड़ा खुले मूंह वाला आएगा जी, कूड़े नूं होड़ा ਉਹ ਵਾਲਾ ਊੜਾ। ਜੇ ਸਰਚ ਕਰ ਰਹੇ ਹੋ ਤੇ ਜਾਂ ਫਿਰ ਤੁਸੀਂ ਉਸ ਤੋਂ ਅਗਲੀ ਤੁਕ ਸਰਚ ਕਰ ਲਓ, ਬੋਲਣ ਫਾਦਲ ਨਾਨਕਾ ਦੁੱਖ ਸੁੱਖ ਸਮੈ ਪਾਸ। ਇਹ ਸ਼ਬਦ ਹੈਗਾ ਸੱਤੀ ਪੈਣੀ ਸੱਤ ਭਲਾ, ਸੱਤੀ ਪੈਣੀ ਸੱਤ ਭਲਾ ਆ ਗਿਆ ਜੀ। ਹਾਂਜੀ, ਉੱਥੇ ਉੱਥੇ ਖੋਟੇ ਸੱਟੀਆਂ ਖਰੇ ਕੀਚੇ ਸ਼ਾਬਾਸ਼। ਉਹ ਵਾਲੇ ਖੋਟੇ ਥਰਡ ਪਰਸਨ ਜਿਹੜੇ ਇੱਕ ਨਹੀਂ ਬਹੁਤੇ ਨੇ, ਖੋਟਾ ਇੱਕ ਨਹੀਂ ਗਾ, ਖੋਟੇ ਬਹੁਵਚਨ ਨੇ, ਤੇ ਉਹ ਜਿਹੜੇ ਖੋਟੇ ਨੇ ਸੱਟੀਆਂ ਸੱਟੇ ਜਾਂਦੇ ਹਨ। ਵਰਤਮਾਨ ਕਾਲ ਦੇ ਵਿੱਚ ਹਾਹੇ ਨੂੰ ਸਿਆਰੀ ਲੱਗ ਗਈ। ਹੁਣ ਉਹਨਾਂ ਗੁਆਂਢੀਆਂ ਨੂੰ ਪੁੱਛ ਕੇ ਦੇਖੋ ਵੀ ਤੁਹਾਡਾ ਫਿਊਚਰ ਕਿਵੇਂ ਹੈ ਜੀ, ਤੁਹਾਨੂੰ ਫਿਊਚਰ ਸਰਕਾਰੀ ਸਹਾਇਤਾ ਮਿਲੇਗੀ? ਉਹ ਥਰਡ ਪਰਸਨ ਨੂੰ ਪੁੱਛ ਕੇ ਦੇਖ ਲਓ। ਥਰਡ ਪਰਸਨ ਪਤਾ ਕੀ ਕਹੇਗਾ ਵੀ ਜੇ ਤੁਹਾਨੂੰ ਸਰਕਾਰੀ ਸਹਾਇਤਾ ਮਿਲ ਸਕਦੀ ਤੇ ਮੈਨੂੰ ਨਹੀਂ ਮਿਲੇਗੀ। ਇਹ ਸਰਕਾਰ ਦੀ ਸਹਾਇਤਾ ਸਾਰਿਆਂ ਵਾਸਤੇ ਹੈ, ਉੱਤਮ ਪੁਰਖ ਵਾਸਤੇ ਵੀ ਹੈ, ਮੱਧਮ ਪੁਰਖ ਵਾਸਤੇ ਵੀ ਹੈ, अन्य पुरख वास्ते भी है। फ्यूचर दे विच सब नूं सहायता मिलेगी। इन फ्यूचर भविख काल दे विच सरकारी सहायता उत्तम पुरख कोल भी है, मध्यम पुरख कोल भी है, अन्य पुरख कोल भी है। भाव तिन्नां दे सस्सा लगेगा। क्रिया दे विच आहे तो पहला सस्सा लगेगा। देखो इत्थे आ गया ना चाल सै। हुण तुक देखो जी, एक चाले एक चाल सै, एक चाले एक चाल सैं सब अपनी वार। एक चाले मैंने एक चले गए हन, एक चल सैं ਉਹ ਵਾਲੇ ਇੱਕ ਜਿਹੜੇ ਕਈ ਨੇ ਨਾ ਥਰਡ ਪਰਸਨ ਵਾਲੇ ਬਹੁਤੇ ਨੇ, ਬਹੁਵਚਨ ਨੇ। ਚਾਲ ਸੈਂ ਮੈਨੇ ਚਲੇ ਜਾਣਗੇ, ਫਿਊਚਰ ਦੇ ਵਿੱਚ ਚਲੇ ਜਾਣਗੇ। ਸੱਸਾ ਲੱਗ ਗਿਆ, ਫਿਊਚਰ ਬਣ ਗਿਆ। ਜਿੱਥੇ ਕਿਰਿਆ ਦੇ ਨਾਲ ਸੱਸਾ ਹਾਹੇ ਤੋਂ ਪਹਿਲਾਂ ਸੱਸਾ ਆ ਜਾਏ ਨਾ, ਸਮਝ ਲਓ ਉਹ ਫਿਊਚਰ ਵਾਸਤੇ ਹੈ, ਉਹ ਭਵਿੱਖ ਕਾਲ ਵਾਸਤੇ ਹੈ। ਇਹ ਪਛਾਣ ਨੇ, ਨਿਸ਼ਾਨੀਆਂ ਨੇ, ਇੰਨਾ ਯਾਦ ਰੱਖਿਓ। ਇੱਕੋ ਦਿਨ ਦੇ ਵਿੱਚ 6 ਨਿਯਮ ਕਰਨੇ ਬੜੇ ਔਖੇ ਨੇ ਜਿਹੜੇ ਅਸੀਂ ਕਰ ਰਹੇ ਹਾਂ। ਇਹ ਇੱਕ ਇੱਕ ਨਿਯਮ ਨੂੰ ਇੱਕ ਇੱਕ ਦਿਨ ਲੱਗਦਾ ਹੁੰਦਾ, ਪਰ ਜਦੋਂ ਸਾਡੇ ਕੋਲ ਗ੍ਰਾਫ ਹੁੰਦਾ ਨਾ ਉਦੋਂ ਅਸੀਂ ਈਜ਼ੀਲੀ ਸਮਝ ਜਾਂਦੇ ਹਾਂ। ਇਹ ਨਿਸ਼ਾਨੀਆਂ ਨੇ ਕਿਰਿਆ ਦੀਆਂ। ਜਿੱਥੇ ਕਿਰਿਆ ਦੇ ਵਿੱਚ ਸੱਸਾ ਹਾਹੇ ਤੋਂ ਪਹਿਲਾਂ ਸੱਸਾ ਆ ਗਿਆ, ਸੱਸਾ ਇਹ ਗੱਲ ਕਹਿੰਦਾ ਇਹ ਫਿਊਚਰ ਦੀ। ਹਜੇ ਰੁਕ ਜਾਓ ਵੀ ਜੀ, ਮੈਂ ਅੱਗੇ ਹੋਰ ਪ੍ਰਮਾਣ ਕਰਾਣੇ ਨੇ। ਉੱਥੇ ਸਮਝ ਲਿਓ ਕਿ ਉਹ ਫਿਊਚਰ ਦੀ ਗੱਲ ਚੱਲ ਰਹੀ ਹੈ। ਹਾਹੇ ਤੋਂ ਪਹਿਲਾਂ ਜਿੱਥੇ ਸੱਸਾ ਆ ਗਿਆ, ਸੱਸਾ ਨਿਸ਼ਾਨੀ ਹੈ ਫਿਊਚਰ ਦੀ, ਸੱਸਾ ਪਛਾਣ ਹੈ ਭਵਿੱਖ ਕਾਲ ਦੀ। ਇੱਕ ਚਾਲ ਸੈਂ ਉਹ ਚਲੇ ਜਾਣਗੇ, ਇਨ ਫਿਊਚਰ ਉਹ ਚਲੇ ਜਾਣਗੇ। ਹੋਰ ਪ੍ਰਮਾਣ ਤੁਹਾਨੂੰ ਦੱਸਦਾ ਵਾਂ ਜੀ। ਹਾਂਜੀ, ਇਹ ਸੀ ਆਪਣਾ अन्य पुरख बहुवचन भविख काल। ਵੀ ਜੀ ਉਹ ਸਾਹਮਣੇ ਲੈ ਕੇ ਆਣਾ, ਗ੍ਰਾਫ ਸਾਹਮਣੇ ਲੈ ਕੇ ਆਣਾ। ਹਾਂਜੀ, ਆ ਦੇਖੋ ਜੀ, ਆ ਗ੍ਰਾਫ ਹੈਗਾ। ਹੁਣ ਇਸ ਗ੍ਰਾਫ ਦਾ ਤੁਸੀਂ ਸਕਰੀਨਸ਼ਾਟ ਲੈ ਲਓ ਸਾਰੇ ਜਣੇ। ਤੇ ਮੈਂ ਲਾਸਟ ਟਾਈਮ ਵੀ ਬੇਨਤੀ ਕੀਤੀ ਸੀ ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਜੀ ਨੂੰ, ਰਾਜਾ ਸਿੰਘ ਜੀ ਹੋਰਾਂ ਨੂੰ, ਕਿ ਜਿਹੜੇ ਮੈਂ ਤੁਹਾਨੂੰ ਗ੍ਰਾਫ ਇਹ ਬਣਾਉਣਾ ਹੁੰਨਾ ਜਾਂ ਜਿਹੜੇ ਮੈਂ ਚੈਪਟਰ ਦਿੰਦਾ ਹੁੰਦਾ ਬਣਾ ਕੇ, ਇਹ ਸਾਰੇ ਤੁਸੀਂ ਗਰੁੱਪ ਦੇ ਵਿੱਚ ਪਾ ਦਿਆ ਕਰੋ ਤਾਂ ਕਿ ਬਾਕੀਆਂ ਨੂੰ ਵੀ ਲਾਭ ਮਿਲ ਜਾਏਗਾ। ਤੇ ਆਹ ਦੇਖੋ ਜੀ, ਸਾਰਾ ਗ੍ਰਾਫ ਤੁਹਾਨੂੰ ਤੁਹਾਡੇ ਸਾਹਮਣੇ ਹੈ। ਕਿੰਨਾ ਸੌਖੇ ਤਰੀਕੇ ਨਾਲ ਸਮਝਾਇਆ ਗਿਆ। ਕਿਰਿਆ ਦੇ ਅੰਤ ਵਿੱਚ 4 ਚੀਜ਼ਾਂ, ਇੱਕ ਹਾਹਾ, ਇੱਕ ਸੱਸਾ ਹਾਹਾ, ਇੱਕ ਹਾਹੇ ਅਨੁਸਾਰੀ, ਸੱਸਾ ਹਾਹੇ ਅਨੁਸਾਰੀ। ਲੈਫਟ ਸਾਈਡ ਤੇ ਦੇਖੋ ਖੱਬੇ ਹੱਥ ਉੱਪਰ, ਇਹਦੇ 2 ਹਿੱਸੇ ਕੀਤੇ ਗਏ ਨੇ। ਉੱਪਰਲਾ ਵਰਤਮਾਨ ਕਾਲ ਹੈ, ਹੇਠਲਾ ਭਵਿੱਖ ਕਾਲ ਹੈ। ਉੱਪਰਲਾ ਪ੍ਰੈਜ਼ੈਂਟ ਟੈਂਸ ਹੈ, ਹੇਠੇ ਵਾਲਾ ਫਿਊਚਰ ਟੈਂਸ ਹੈ। ਇਹਦੇ ਵਿੱਚ ਹੁਣ ਅੱਗੇ 3 ਹਿੱਸੇ ਨੇ। ਉੱਤਮ ਪੁਰਖ ਦਾ ਵੱਖਰਾ ਕਾਲਮ ਹੈ, ਮੱਧਮ ਪੁਰਖ ਦਾ ਵੱਖਰਾ ਕਾਲਮ ਹੈ, अन्य ਪੁਰਖ ਦਾ ਵੱਖਰਾ ਕਾਲਮ ਹੈ। ਸਮਝਾਉਣ ਵਾਸਤੇ ਉੱਤਮ ਪੁਰਖ ਦੇ ਕੋਲ ਇੱਕ ਚੀਜ਼ ਹੈਗੀ, ਐਡਵਾਂਟੇਜ ਹੈਗਾ, ਉਹ ਬਹੁਵਚਨ, ਉਹਦੇ ਕੋਲ ਬਹੁਤਾ ਸਮਾਨ ਹੈ, ਪਰ ਉਹਦੇ ਕੋਲ ਸਿੰਗਲ ਹਾਹਾ ਹੈਗਾ ਵੈ। ਹਰ ਨਾਮ ਸਲਾਹ ਹੈ ਦਿਨ ਰਾਤ, ਕੱਲਾ ਹਾਹਾ ਲੱਗੇ ਨਾ ਅਖੀਰ ਤੇ, ਅਸੀਂ ਸਲਾਉਂਦੇ ਹਾਂ। ਹੁਣ ਮੱਧਮ ਪੁਰਖ ਦੇ ਕੋਲ ਸਮਾਨ ਤੇ ਇੱਕੋ ਹੀ ਇੱਕ ਵਚਨ ਹੈ ਦੇਖੋ, ਪਰ ਉਹਦੇ ਕੋਲ ਹਾਹੇ ਨੂੰ ਸਿਆਰੀ ਹੈ। ਤੂੰ ਆਪੇ ਪੂਜੇ ਪੂਜ ਕਰਾਵੇਂ
ਸਤਿਗੁਰ ਕੋ ਸਿਰਜਣਹਾਰਿਆ, ਭਾਵ ਤੂੰ ਪੂਜਦਾ ਹੈ, ਤੂੰ ਵਡਿਆਈ ਦਿੰਦਾ ਹੈ, ਤੂੰ ਪੂਜਾ ਕਰਾਂਦਾ ਹੈ, ਪੂਜਾ ਤੇ ਕਰਾਵੇਂ। ਠੀਕ ਹੈ ਜੀ। ਜਿਹੜਾ ਥਰਡ ਪਰਸਨ ਹੈ ਉਹ ਸਾਡੇ ਨਾਲ ਅਮੀਰ ਹੈਗਾ, ਉਹਦੇ ਕੋਲ ਬਹੁਵਚਨ ਵੀ ਹੈ, ਉਹਦੇ ਕੋਲ ਹਾਹੇ ਨੂੰ ਸਿਆਰੀ ਵੀ ਹੈ, ਦੋਨੋਂ ਚੀਜ਼ਾਂ ਨੇ। ਜਿੱਥੇ ਹਾਹੇ ਨੂੰ ਸਿਆਰੀ ਆ ਜਾਏ, ਬਹੁਵਚਨ ਹੋਵੇ, ਉਹ ਅੰਨ੍ਹੇ ਪੁਰਖ ਦੀ ਕਿਰਿਆ ਬਣ ਜਾਂਦੀ ਹੈ। ਗਾਵੇਂ ਰਾਜੇ ਰਾਣੀਆਂ, ਬੋਲੇ ਆਲ ਪਤਾਲ, ਉਹ ਗਾਉਂਦੇ ਹਨ, ਉਹ ਬੋਲਦੇ ਹਨ। ਤੇ ਇਹਨਾਂ ਤਿੰਨਾਂ ਦਾ ਫਿਊਚਰ ਕਿਵੇਂ ਦਾ ਜੀ? ਇਹਨਾਂ ਤਿੰਨਾਂ ਦਾ ਭਵਿੱਖ ਕਿਵੇਂ ਦਾ? ਇਹਨਾਂ ਤਿੰਨਾਂ ਦਾ ਭਵਿੱਖ ਇਸ ਤਰ੍ਹਾਂ ਵੀ ਜਦੋਂ ਸਰਕਾਰ ਸਹਾਇਤਾ ਦਿੰਦੀ ਹੈ, ਉਹ ਸਾਰਿਆਂ ਨੂੰ ਹੀ ਦਿੰਦੀ ਹੈ। ਇੱਥੋਂ ਦੀ ਸਰਕਾਰ ਅਮੀਰ ਗਰੀਬ ਨਹੀਂ ਦੇਖਦੀ, ਇੱਥੋਂ ਦੀ ਸਰਕਾਰ ਹੀ ਨਹੀਂ ਦੇਖਦੀ ਇਹਦੇ ਕੋਲ ਪਾਵਰ, ਇਹਦੇ ਕੋਲ ਨਹੀਂ ਪਾਵਰ, ਇਹਦੇ ਕੋਲ ਕੁਰਸੀ ਹੈ, ਇਹਦੇ ਕੋਲ ਨਹੀਂ ਕੁਰਸੀ ਹੈ। ਇੱਥੇ ਸਭ ਬਰਾਬਰ ਨੇ। ਇਸ ਕਰਕੇ ਉੱਤਮ ਪੁਰਖ ਨੂੰ ਵੀ ਫਿਊਚਰ ਦੇ ਵਿੱਚ, ਆਉਣ ਵਾਲੇ ਟਾਈਮ 'ਚ ਉੱਤਮ ਪੁਰਖ ਨੂੰ ਵੀ ਸਰਕਾਰੀ ਸਹਾਇਤਾ ਮਿਲੇਗੀ, ਮੱਧਮ ਪੁਰਖ ਨੂੰ ਵੀ ਮਿਲੇਗੀ, ਅੰਨੇ ਨੂੰ ਵੀ ਮਿਲੇਗੀ। ਤੇ ਤਿੰਨਾਂ ਨੂੰ ਜਦੋਂ ਫਿਊਚਰ 'ਚ ਸਰਕਾਰੀ ਸਹਾਇਤਾ ਮਿਲੇਗੀ, ਉਦੋਂ ਸੱਸਾ ਲੱਗ ਜਾਏਗਾ ਨਾਲ। ਦੇਖੋ ਤਿੰਨਾਂ ਦੇ ਸੱਸਾ ਲੱਗਿਆ ਹੋਇਆ। ਉੱਤਮ ਪੁਰਖ ਕੋਲ ਕੱਲਾ ਹਾਹਾ ਸੀ, ਇਸ ਕਰਕੇ ਉਹਦੇ ਕੋਲ ਕੱਲਾ ਹਾਹੇ ਦੇ ਨਾਲ ਸੱਸਾ ਲੱਗਿਆ। ਦੁਸ਼ਟ ਸਭਾ ਮਿਲ ਮੰਤਰ ਉਪਾਇਆ, ਕਰਸੈਂ ਔਦ ਕਨੇਰੀ। ਉੱਪਰ ਕੱਲਾ ਹਾਹਾ ਸੀ ਵਿਚਾਰੇ ਕੋਲ, ਇਸ ਕਰਕੇ ਥੱਲੇ ਵੀ ਹਾਹਾ ਹੀ ਰਹਿਣਾ ਮੈਂ। ਪਰ ਨਾਲ ਸਰਕਾਰੀ ਸਹਾਇਤਾ ਮਿਲ ਗਈ, ਸੱਸਾ ਲੱਗ ਗਿਆ। ਕਰਸੈਂ, ਅਸੀਂ ਕਰਾਂਗੇ, ਪਰ ਅਸੀਂ ਬਹੁਵਚਨ। ਜਿਹੜਾ ਮੱਧਮ ਪੁਰਖ ਸੀਗਾ, ਉਹਦੇ ਕੋਲ ਪਹਿਲਾਂ ਕੱਲੇ ਹਾਹੇ ਨੂੰ ਸਿਆਰੀ ਸੀ। ਜਦੋਂ ਸਰਕਾਰੀ ਸਹਾਇਤਾ ਮਿਲ ਗਈ ਫਿਊਚਰ ਦੇ ਵਿੱਚ, ਭਵਿੱਖ ਕਾਲ 'ਚ, ਉਹਦਾ ਸੱਸਾ ਨਾਲ ਜੁੜ ਗਿਆ। ਹਾਹੇ ਦੀ ਸਿਆਰੀ ਤੇ ਰਹਿਣੀ ਨਾਲ, ਕਿਉਂਕਿ ਉਹਦੇ ਕੋਲ ਪਹਿਲਾਂ ਵੀ ਸੀਗੀ, ਹੁਣ ਵੀ ਰਹੇਗੀ, ਪਰ ਨਾਲ ਸੱਸਾ ਜੁੜ ਗਿਆ। ਜਾਸੈਂ ਬਿਨ ਸਾਚੇ ਹੋਰ ਸਾਲਾਹਣਾ, ਜਾਸੈਂ ਜਨਮ ਸਭ ਖੋਏ, ਤੂੰ ਜਾਵੇਂਗਾ। ਫਿਊਚਰ ਦੇ ਵਿੱਚ ਅਸੀਂ ਕਰਾਂਗੇ, ਤੂੰ ਜਾਵੇਂਗਾ, ਅਸੀਂ ਕਰਸੈਂ, ਤੂੰ ਜਾਸੈਂ। ਤੇ ਜਿਹੜਾ ਥਰਡ ਪਰਸਨ ਹੈਗਾ ਵੈ, ਉਹਦੇ ਕੋਲ ਤੇ ਪਹਿਲਾਂ ਵੀ ਸਮਾਨ ਕਾਫੀ ਸੀ, ਬਹੁਵਚਨ ਸੀ, ਹਾਹੇ ਨੂੰ ਸਿਆਰੀ ਵੀ ਸੀ, ਅੱਗੋਂ ਸਰਕਾਰੀ ਸਹਾਇਤਾ ਵੀ ਮਿਲ ਗਈ, ਸੱਸਾ ਵੀ ਮਿਲ ਗਿਆ। ਹੁਣ ਸੱਸਾ ਕੀ ਹੋਇਆ? ਹਾਹੇ ਦੀ ਸਿਆਰੀ ਤੋਂ ਪਹਿਲਾਂ ਸੱਸਾ ਲੱਗ ਗਿਆ। ਇੱਕ ਚਾਲੇ, ਇੱਕ ਚਾਲਸੈਂ, ਸਭ ਆਪਣੀ ਵਾਰ। ਸਭ ਚਲੇ ਜਾਣਗੇ, ਕਈ ਜਣੇ ਚਲੇ ਜਾਣਗੇ। ਇੱਕ ਚਾਲਸੈਂ, ਕਈ ਚਲੇ ਜਾਣਗੇ।